ਅਜੀਤ ਵੈਬ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਰਮਨਪ੍ਰੀਤ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਤੋਂ। ਤੇ ਨਿਊਜ਼ੀਲੈਂਡ ਵਿੱਚ ਮੌਸਮ ਭਾਵੇਂ ਇਸ ਟਾਈਮ ਠੰਡ ਦਾ ਹੈ ਤੇ ਠੰਡ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ। ਤੇ ਦੂਸਰੇ ਪਾਸੇ ਜੇ ਸਿਆਸੀ ਪਾਰੇ ਦੀ ਗੱਲ ਕੀਤੀ ਜਾਵੇ ਤਾਂ ਸਿਆਸੀ ਪਾਰਾ ਦਿਨ ਪ੍ਰਤੀ ਦਿਨ ਨਿਊਜ਼ੀਲੈਂਡ 'ਚ ਚੜ੍ਹਦਾ ਜਾ ਰਿਹਾ ਤੇ ਸਿਆਸੀ ਮਾਹੌਲ ਗਰਮਾ ਰਿਹਾ, ਜਿਹਦਾ ਮੁੱਖ ਕਾਰਨ ਹੈ ਕਿ ਨਿਊਜ਼ੀਲੈਂਡ ਦੇ ਵਿੱਚ ਆ ਰਹੇ ਸਤੰਬਰ ਮਹੀਨੇ ਇਲੈਕਸ਼ਨਾਂ ਜਿਹੜੀਆਂ ਪਾਰਲੀਮੈਂਟ ਦੀਆਂ ਜਿਹੜੀਆਂ ਚੋਣਾਂ ਹੈ ਉਹ ਡਿਊ ਨੇ। ਤੇ ਸਤੰਬਰ ਦੇ ਵਿੱਚ ਉਹ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਆ ਜਿਹੜੇ ਉਹ ਐਲਾਨ ਦਿੱਤੇ ਗਏ ਨੇ। ਤੇ ਉਮੀਦਵਾਰ ਐਲਾਨਣ ਤੋਂ ਬਾਅਦ ਹੁਣ ਇਸ ਟਾਈਮ ਜੇ ਆਪਾਂ ਗੱਲ ਕਰੀਏ ਤਾਂ ਬਹੁਤ ਗਿਣਤੀ ਭਾਰਤੀ ਅਤੇ ਆਪਣੇ ਪੰਜਾਬੀ ਭਾਈਚਾਰੇ ਨਾਲ ਸੰਬੰਧਿਤ ਜਿਹੜੇ ਉਮੀਦਵਾਰ ਆ ਉਹ ਵੀ ਵੱਖ-ਵੱਖ ਪਾਰਟੀਆਂ ਵੱਲੋਂ ਚੋਣ ਮੈਦਾਨ ਵਿੱਚ ਨੇ। ਤੇ ਇੱਥੇ ਮੈਂ ਜੇ ਤੁਹਾਨੂੰ ਨਿਊਜ਼ੀਲੈਂਡ ਦੀ ਪਾਰਲੀਮੈਂਟ ਦਾ ਥੋੜ੍ਹਾ ਵਿਸਤਾਰ ਦੱਸਦਾ ਜਾਵਾਂ ਤਾਂ ਨਿਊਜ਼ੀਲੈਂਡ ਦੀ ਪਾਰਲੀਮੈਂਟ ਦੇ ਵਿੱਚ 120 ਸੀਟਾਂ ਨੇ ਤੇ 61 ਸੀਟਾਂ ਜਿਹੜੀ ਪਾਰਟੀ ਲੈ ਜਾਂਦੀ ਹੈ ਤੇ ਉਹ ਆਪਣੀ ਸਰਕਾਰ ਬਣਾ ਜਾਂਦੀ ਹੈ। ਤੇ ਇਸ ਟਾਈਮ ਨਿਊਜ਼ੀਲੈਂਡ ਦੇ ਵਿੱਚ ਲੇਬਰ ਪਾਰਟੀ ਦੇ ਨਾਲ ਭਾਈਵਾਲ ਜਿਹੜੀਆਂ ਪਾਰਟੀਆਂ ਹੋਰ ਹੈ ਉਹਨਾਂ ਦੀ ਸਾਂਝੀ ਸਰਕਾਰ ਚੱਲ ਰਹੀ ਹੈ ਤੇ ਜਿਹਦੇ ਜਸਿੰਡਾ ਪ੍ਰਧਾਨ ਮੰਤਰੀ ਹੈ। ਤੇ ਉਹ ਜਸਿੰਡਾ ਦੀ ਕਹਿ ਲਈਏ ਜਾਂ ਇਸ ਟਾਈਮ ਨਿਊਜ਼ੀਲੈਂਡ ਦੀ ਕਹਿ ਲਈਏ, ਦੁਨੀਆ ਭਰ ਵਿੱਚ ਕਰੋਨਾ ਨੂੰ ਜਿਹੜਾ ਕਰੋਨਾ ਮੁਕਤ ਨਿਊਜ਼ੀਲੈਂਡ ਨੂੰ ਕੀਤਾ ਉਹਦੇ ਲਈ ਤਾਰੀਫ ਵੀ ਕੀਤੀ ਜਾ ਰਹੀ ਹੈ ਤੇ ਹਰ ਪਾਸੇ ਨਿਊਜ਼ੀਲੈਂਡ ਇਸ ਗੱਲ ਨੂੰ ਲੈ ਕੇ ਵਾਹਵਾ ਵੀ ਖੱਟ ਰਿਹਾ। ਤੇ ਜੇ ਇਸ ਟਾਈਮ ਨਿਊਜ਼ੀਲੈਂਡ ਦੇ ਸਿਆਸੀ ਮਾਹੌਲ ਦੇ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਦੀ ਗੱਲ ਕੀਤੀ ਜਾਵੇ ਤਾਂ ਨੀਅਰ ਅਬਾਊਟ ਪਾਰਲੀਮੈਂਟ ਦੇ ਵਿੱਚ ਤਕਰੀਬਨ 5 ਪਾਰਟੀਆਂ ਜਿਹੜੀਆਂ ਜਿਨ੍ਹਾਂ ਦੇ ਵੱਖ-ਵੱਖ ਕੈਂਡੀਡੇਟ ਆ ਉਹ ਵੱਖ-ਵੱਖ ਸੀਟਾਂ 'ਤੇ ਜਾ ਕੇ ਬੈਠਦੇ ਆ, ਜਿਹਦੇ ਵਿੱਚ ਸਰਕਾਰ ਦੇ ਵਿੱਚ ਇਸ ਟਾਈਮ ਜਿਹੜੀਆਂ ਭਾਈਵਾਲ ਪਾਰਟੀਆਂ ਨੇ ਤੇ ਵਿਰੋਧੀ ਧਿਰ ਦੀਆਂ ਜਿਹੜੀਆਂ ਪਾਰਟੀਆਂ ਨੇ। ਤੇ ਜੇ ਉਹਨਾਂ ਦੇ ਵਿੱਚ ਗੱਲ ਕੀਤੀ ਜਾਵੇ ਇਸ ਟਾਈਮ ਇਲੈਕਸ਼ਨਾਂ ਦੀ, ਤੇ ਇਲੈਕਸ਼ਨ ਦੇ ਵਿੱਚ ਇਸ ਟਾਈਮ ਤਕਰੀਬਨ 8 ਦੇ ਕਰੀਬ ਵੱਖ-ਵੱਖ ਸਿਆਸੀ ਪਾਰਟੀਆਂ ਚੋਣ ਮੈਦਾਨ 'ਚ ਨੇ, ਜਿਨ੍ਹਾਂ ਤੋਂ ਬਾਅਦ ਵੱਖ-ਵੱਖ ਹੋਰ ਵੀ ਉਮੀਦਵਾਰ ਜਿਨ੍ਹਾਂ ਨੂੰ ਆਪਾਂ ਆਜ਼ਾਦ ਕੈਂਡੀਡੇਟ ਵੀ ਕਹਿ ਸਕਦੇ ਹਾਂ ਉਹ ਵੀ ਆਪੋ ਆਪਣੀ ਕਿਸਮਤ ਹੈ ਜਿਹੜੀ ਉਹ ਅਜਮਾ ਰਹੇ ਆ। ਤੇ ਇਸ ਟਾਈਮ ਜੇ ਆਪਣੇ ਭਾਈਚਾਰੇ ਦੀ ਵਿੱਚੋਂ ਗੱਲ ਕੀਤੀ ਜਾਵੇ ਤਾਂ ਨਿਊਜ਼ੀਲੈਂਡ ਪਾਰਲੀਮੈਂਟ ਦੇ ਵਿੱਚ ਸਿੱਖ ਚਿਹਰੇ ਵਜੋਂ ਜਾਣੇ ਜਾਂਦੇ ਕਮਲਜੀਤ ਸਿੰਘ ਬਖਸ਼ੀ ਤੇ ਉਹ ਨੈਸ਼ਨਲ ਪਾਰਟੀ ਦੇ ਉਮੀਦਵਾਰ ਵਜੋਂ 5ਵੀਂ ਵਾਰ ਇਲੈਕਸ਼ਨ ਲੜ ਰਹੇ ਆ। ਤੇ ਨਿਊਜ਼ੀਲੈਂਡ ਦੇ ਵਿੱਚ ਇਹ ਵੀ ਮੈਂ ਦੱਸਦਾ ਜਾਵਾਂ ਕਿ 3 ਸਾਲਾਂ ਬਾਅਦ ਜਿਹੜੀ ਪਾਰਲੀਮੈਂਟ ਦੀ ਚੋਣ ਹੈ ਉਹ ਆ ਜਾਂਦੀ ਹੈ ਤੇ ਕਮਲਜੀਤ ਸਿੰਘ ਬਖਸ਼ੀ ਹੈ ਜਿਹੜੇ ਉਹ ਇਸ ਵਾਰੀ 5ਵੀਂ ਵਾਰ ਆਪਣੀ ਕਿਸਮਤ ਹੈ ਜਿਹੜੀ ਉਹ ਅਜਮਾ ਰਹੇ ਆ ਤੇ ਲਿਸਟ MP ਦੇ ਤੌਰ 'ਤੇ ਇਸ ਟਾਈਮ ਵੀ ਉਹ ਪਾਰਲੀਮੈਂਟ ਦੇ ਵਿੱਚ ਇੱਕ ਸੀਟ 'ਤੇ ਜਾ ਕੇ ਬੈਠਦੇ ਤੇ ਸੋ ਅੱਜ ਮੈਂ ਆਪਣੇ ਦਰਸ਼ਕਾਂ ਦੇ ਨਾਲ ਰੂਬਰੂ ਕਰਾਵਾਂਗਾ ਕਮਲਜੀਤ ਸਿੰਘ ਬਖਸ਼ੀ ਨੂੰ। ਤੇ ਚਲੋ ਆਪਾਂ ਪਹਿਲਾਂ ਗੱਲ ਕਰਦੇ ਹਾਂ ਕਮਲਜੀਤ ਸਿੰਘ ਬਖਸ਼ੀ ਨਾਲ ਤੇ ਜਾਣਦੇ ਹਾਂ ਉਹਨਾਂ ਦੇ ਜੀਵਨ ਬਾਰੇ। ਸੋ ਇਸ ਟਾਈਮ ਅਸੀਂ ਬੈਠੇ ਹਾਂ ਕਮਲਜੀਤ ਸਿੰਘ ਬਖਸ਼ੀ ਹੋਰਾਂ ਨਾਲ। ਤੇ ਬਖਸ਼ੀ ਜੀ ਪਹਿਲਾਂ ਤਾਂ ਅਜੀਤ ਵੈਬ ਟੀਵੀ 'ਤੇ ਤੁਹਾਡਾ ਸਵਾਗਤ ਹੈ। ਤੁਹਾਨੂੰ ਵੀ ਮੇਰੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਤੁਹਾਡੇ ਸਰੋਤਿਆਂ ਨੂੰ ਵੀ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਖਸ਼ੀ ਜੀ ਜੇ ਆਪਾਂ ਗੱਲ ਕਰੀਏ ਤੁਹਾਡੇ ਸਿਆਸੀ ਜੀਵਨ ਦੀ ਤੇ ਸਿਆਸੀ ਗੁੜਤੀ ਜਿਹੜੀ ਤੁਹਾਨੂੰ ਸਿਆਸਤ ਦੀ ਗੁੜਤੀ ਹੈ ਜਿਹੜੀ ਤੁਹਾਨੂੰ ਉਹ ਤੁਹਾਡੇ ਫੈਮਿਲੀ ਤੋਂ ਮਿਲੀ ਹੈ, ਆਪਣੇ ਪਿਛੋਕੜ ਬਾਰੇ ਸਾਨੂੰ ਪਹਿਲਾਂ ਜਾਣਕਾਰੀ ਦਿਓ। ਮੇਰੇ ਫਾਦਰ ਸਾਹਿਬ ਬਖਸ਼ੀ ਜਗਦੇਵ ਸਿੰਘ ਜੀ ਜੋ ਐਕਟਿਵ ਪੋਲੀਟੀਸ਼ੀਅਨ ਸਨ ਔਰ ਸਾਰੀ ਜ਼ਿੰਦਗੀ ਅਕਾਲੀ ਦਲ ਦੇ ਨਾਲ ਜੁੜੇ ਰਹੇ ਤੇ ਉਹਨਾਂ ਦਾ ਕਾਫੀ ਜਿੰਨੇ ਵੀ ਮੋਰਚੇ ਅਕਾਲੀ ਦਲ ਵੱਲੋਂ ਲਗਾਏ ਗਏ, ਚਾਹੇ ਉਹ ਪੰਜਾਬੀ ਸੂਬੇ ਦਾ ਮੋਰਚਾ ਸੀਗਾ, ਧਰਮ ਯੁੱਧ ਦਾ ਮੋਰਚਾ ਸੀਗਾ, ਐਮਰਜੈਂਸੀ ਦਾ ਟਾਈਮ ਸੀਗਾ, ਹਰ ਇੱਕ ਮੋਰਚੇ ਵਿੱਚ ਉਹਨਾਂ ਨੇ ਵੱਧ ਚੜ੍ਹ ਕੇ ਹਮੇਸ਼ਾ ਹਿੱਸਾ ਲਿਆ। ਤੇ ਮੈਂ ਸਮਝਦਾ ਕਿ ਮੇਰੇ ਲਈ ਬੜੇ ਮਾਣ ਦੀ ਗੱਲ ਹੈ ਕਿ ਨਿਊਜ਼ੀਲੈਂਡ ਪਹੁੰਚ ਕੇ ਇਹ ਜਿਹੜਾ ਮੈਨੂੰ ਮਾਣ ਮਿਲਿਆ ਉਹ ਮੇਰੇ ਪਿਛੋਕੜ ਕਰਕੇ ਹੀ ਹੈ। ਬਹੁਤ ਸਾਰੀ ਕੰਟਰੀਬਿਊਸ਼ਨ ਮੈਂ ਆਪਣੇ ਪਰਿਵਾਰ ਨੂੰ ਦਿੰਦਾ। ਬਿਲਕੁਲ। ਤੇ ਇਸ ਟਾਈਮ ਤੁਸੀਂ ਕਿਹੜੇ ਹਲਕੇ ਤੋਂ ਆਪਾਂ ਕਹਿ ਲਈਏ ਇਲੈਕਸ਼ਨ ਆ ਜਿਹੜੀ ਉਹ ਲੜ ਰਹੇ ਹੋ? ਮੈਂ ਇਸ ਵਾਰ ਜੋ ਹੈ ਪੈਨਮਿਓਰ ਓਟਾਹੂ ਇਲੈਕਟ੍ਰੇਟ ਜਿਹੜਾ ਨਵਾਂ ਮਨਕਾਓ ਈਸਟ ਨੂੰ ਤਬਦੀਲ ਕਰਕੇ ਇਹਦੇ ਵਿੱਚ ਮਰਜ ਕਰ ਦਿੱਤਾ ਗਿਆ, ਕੁਝ ਨਵੇਂ ਇਲਾਕੇ ਇਹਦੇ 'ਚ ਜੋੜ ਦਿੱਤੇ ਗਏ ਨੇ ਤੇ ਇਹ ਮੇਰੀ 5ਵੀਂ ਇਲੈਕਸ਼ਨ ਨੇ ਨਿਊਜ਼ੀਲੈਂਡ ਦੇ ਵਿੱਚ। ਅਗਰ ਵਾਹਿਗੁਰੂ ਦੀ ਕਿਰਪਾ ਹੋਈ, ਅਗਰ ਮੈਂ ਜਿੱਦਾਂ ਵਾਂ ਤਾਂ ਮੇਰੀ ਇਹ 5ਵੀਂ ਵਾਰ ਹੋਏਗੀ ਇੱਥੇ, 5th ਟਰਮ ਐਜ਼ ਅ ਮੈਂਬਰ ਆਫ ਪਾਰਲੀਮੈਂਟ। ਔਰ ਇਹਦੇ ਵਿੱਚ ਕਾਫੀ ਸਹਿਯੋਗ ਮੈਨੂੰ ਜੋ ਹੈ ਉਹ ਆਪਣੇ ਭਾਈਚਾਰੇ ਕੋਲੋਂ ਮਿਲਦਾ ਹੈ, ਮੈਂ ਉਹਨਾਂ ਦਾ ਧੰਨਵਾਦੀ ਹਾਂ। ਇਸ ਟਾਈਮ ਵੀ ਬਹੁਤ ਸਾਰੀਆਂ ਪ੍ਰੋਬਲਮ ਮਾਈਗ੍ਰੈਂਟਸ ਦੀਆਂ ਹੈਗੀਆਂ ਤੇ ਤੁਹਾਡੀ ਸਰਕਾਰ ਪਿਛਲੇ ਸਮੇਂ ਵਿੱਚ ਰਹੀ ਹੈ ਤੇ ਕਿਹੜੀਆਂ ਉਹ ਉਪਲਬਧੀਆਂ ਜਿਹੜੀਆਂ ਮਾਈਗ੍ਰੈਂਟਸ ਲਈ ਤੁਸੀਂ ਆਵਾਜ਼ ਉਠਾਈ ਹੈ ਜਾਂ ਤੁਹਾਡੀ ਸਰਕਾਰ ਨੇ ਜਿਹੜੀਆਂ ਹੁਣ ਤੱਕ ਲੋਕਾਂ ਨੂੰ ਮਾਈਗ੍ਰੈਂਟਸ ਨੂੰ ਜਿਹੜੀਆਂ ਦਵਾਈਆਂ? ਨੈਸ਼ਨਲ ਪਾਰਟੀ ਨੇ ਮੈਨੂੰ ਐਜ਼ ਆਪੋਜੀਸ਼ਨ ਦੇ ਸਪੋਕਸਪਰਸਨ ਦੇ ਤੌਰ ਦੇ ਉੱਤੇ ਐਥਨਿਕ ਕਮਿਊਨਿਟੀਜ਼ ਦੀ ਜ਼ਿੰਮੇਵਾਰੀ ਦਿੱਤੀ ਹੈ, ਜਿਹਦੇ ਵਿੱਚ ਮਾਈਗ੍ਰੈਂਟ ਸਾਰੇ ਤਰ੍ਹਾਂ ਦੇ ਆ ਜਾਂਦੇ ਨੇ। ਹਾਲ ਦੀ ਘੜੀ ਅਗਰ ਅਸੀਂ ਨੰਬਰਾਂ ਵਿੱਚ ਦੇਖੀਏ ਤਾਂ ਤਕਰੀਬਨ 9.5 ਲੱਖ ਜੋ ਮਾਈਗ੍ਰੈਂਟਸ ਨੇ ਇਸ ਮੁਲਕ 'ਚ ਰਹਿੰਦੇ ਨੇ, ਚਾਹੇ ਉਹ ਅਫਰੀਕਾ ਤੋਂ ਨੇ, ਸਾਊਥ ਅਮਰੀਕਾ ਤੋਂ ਨੇ, ਮਿਡਲ ਈਸਟ ਤੋਂ ਨੇ, ਏਸ਼ੀਆ ਤੋਂ ਨੇ। ਇੱਕ ਬਹੁਤ ਵੱਡੀ ਗਿਣਤੀ 5 ਮਿਲੀਅਨ ਦੀ ਟੋਟਲ ਪਾਪੂਲੇਸ਼ਨ ਹੈ
ਉਹਦੇ 'ਚੋਂ ਤਕਰੀਬਨ 1 ਮਿਲੀਅਨ ਦੇ ਕਰੀਬ ਮਾਈਗ੍ਰੈਂਟਸ ਨੇ ਔਰ ਬਹੁਤ ਸਾਰੇ ਮੁੱਦੇ ਨੇ। ਖਾਸ ਤੌਰ 'ਤੇ ਕੋਵਿਡ ਤੋਂ ਬਾਅਦ ਜੋ ਸਭ ਤੋਂ ਵੱਡਾ ਮੁੱਦਾ ਹੈਗਾ ਮਾਈਗ੍ਰੈਂਟਸ ਜਿਹੜੇ ਓਵਰਸੀਜ਼ ਫਸੇ ਹੋਏ ਨੇ। ਅਤੇ ਕਾਫੀ ਜਹਿਦ ਤੋਂ ਬਾਅਦ, ਕਿਉਂਕਿ ਮੈਂ ਇਸ ਸਰਕਾਰ ਨਾਲ ਵੀ ਗੱਲ ਕੀਤੀ ਸੀ ਕਿ ਜਿਹੜੇ ਇੱਥੋਂ ਦੀ ਫਲਾਈਟਸ ਜਾ ਰਹੀਆਂ ਨੇ ਉਹ ਖਾਲੀ ਭੇਜਣ ਦੀ ਬਜਾਏ ਜਿਹੜੇ ਇੱਥੇ ਇੰਡੀਅਨਸ ਫਸੇ ਹੋਏ ਨੇ ਉਹਨਾਂ ਨੂੰ ਅਸੀਂ ਇੱਥੋਂ ਦੀ ਵਾਪਸ ਉਹਨਾਂ ਨੂੰ ਭੇਜ ਸਕੀਏ ਔਰ ਉੱਥੋਂ ਦੀ ਜਿਹੜੇ ਆਪਣੇ ਪਰਮਾਨੈਂਟ ਰੈਜ਼ੀਡੈਂਟ ਔਰ ਸਿਟੀਜ਼ਨਸ ਜੋ ਨੇ ਉਹਨਾਂ ਨੂੰ ਲੈ ਕੇ ਆ ਸਕੀਏ। ਉਸ ਤੋਂ ਇਲਾਵਾ ਬਹੁਤ ਵੱਡੀ ਗਿਣਤੀ ਜਿਹੜੀ ਮਾਈਗਰੈਂਟ ਵਰਕਰਸ ਦੀ ਹੈ ਜੋ ਵਰਕ ਵੀਜ਼ਾ 'ਤੇ ਨੇ। ਹਾਲ ਦੀ ਘੜੀ ਸਰਕਾਰ ਜਿਹੜੀ ਹੈ ਉਹਨਾਂ ਨੂੰ ਇੱਥੇ ਲਿਆਉਣ ਦੇ ਲਈ ਤਿਆਰ ਨਹੀਂ ਹੈ, ਕਿਉਂਕਿ ਉਹਨਾਂ ਦਾ ਬਾਰ-ਬਾਰ ਇਹੀ ਕਹਿਣਾ ਹੈ ਕਿ ਕੁਆਰੰਟੀਨ ਦੀ ਜਿਹੜੀ ਸਾਡੀ ਕੈਪੈਸਿਟੀ ਹੈ ਉਹ ਇਤਨੀ ਨਹੀਂ ਹੈਗੀ। ਔਰ ਅਸੀਂ ਸਮਝ ਸਕਦੇ ਹਾਂ, ਪਰ ਇਸ ਸਰਕਾਰ ਕੋਲ ਇਨਫ ਟਾਈਮ ਸੀਗਾ ਕਿ ਉਹ ਕੁਆਰੰਟੀਨ ਦੀ ਜੋ ਫੈਸਿਲਿਟੀਜ਼ ਨੇ ਉਸ ਨੂੰ ਵਧਾ ਕੇ ਜਿਹੜੇ ਲੋਕ ਔਰ ਖਾਸ ਤੌਰ 'ਤੇ ਜਿਹੜੇ ਅਸੈਂਸ਼ੀਅਲ ਵਰਕਰਸ ਨੇ ਜਿਨ੍ਹਾਂ ਦੀ ਲੋੜ ਹੈਗੀ ਉਹਨਾਂ ਨੂੰ ਵੀ ਵਾਪਸ ਲਿਆਇਆ ਜਾਏ। ਅਤੇ ਇਹ ਲਗਾਤਾਰ ਮੇਰੀ ਕੋਸ਼ਿਸ਼ ਜਾਰੀ ਰਹੇਗੀ ਕਿ ਸਰਕਾਰ ਦੇ ਉੱਤੇ ਅਸੀਂ ਪ੍ਰੈਸ਼ਰ ਬਣਾ ਕੇ ਰੱਖੀਏ। ਅਸੀਂ ਲਗਾਤਾਰ ਪਾਰਲੀਮੈਂਟ ਵਿੱਚ ਵੀ ਇਹ ਸਵਾਲ ਉਠਾਉਂਦੇ ਹਾਂ ਔਰ ਲਗਾਤਾਰ ਮੇਰੀ ਜੋ ਖੱਤੋਬਾਹਤ ਹੈ ਉਹਨਾਂ ਨਾਲ ਹੁੰਦੀ ਰਹਿੰਦੀ ਹੈ, ਉਹਨਾਂ ਨਾਲ ਕੋਰਸਪੋਂਡੈਂਸ ਚੱਲਦੀ ਰਹਿੰਦੀ ਹੈ। ਅਤੇ ਮੈਂ ਇਤਨਾ ਹੀ ਕਹਿ ਸਕਦਾ ਵਾਂ ਕਿ ਜਿਹੜੇ ਉੱਥੇ ਵਰਕ ਵੀਜ਼ਾ ਵਾਲੇ ਕਿੱਥੇ ਵੀ ਫਸੇ ਹੋਏ ਨੇ ਉਹਨਾਂ ਨੂੰ ਥੋੜ੍ਹੀ ਪੇਸ਼ੈਂਸ ਰੱਖਣੀ ਪਏਗੀ, ਕਿਉਂਕਿ ਇੱਥੇ ਅਸੀਂ ਦੇਖ ਰਹੇ ਹਾਂ ਇਕਨੋਮੀ ਜਿਹੜੀ ਹੈ ਉਹ ਕਾਫੀ ਡਾਊਨ ਹੋ ਰਹੀ ਹੈ ਔਰ ਇਹ ਚੀਜ਼ ਕੋਵਿਡ ਤੋਂ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਸੀ। ਸਾਨੂੰ ਨਜ਼ਰ ਆ ਰਿਹਾ ਸੀ ਕਿ ਸਰਕਾਰ ਜਿਹੜੀ ਹੈ ਇਸ ਇਕਨੋਮੀ ਨੂੰ ਚੰਗੀ ਤਰ੍ਹਾਂ ਮੈਨੇਜ ਨਹੀਂ ਕਰ ਰਹੀ ਅਤੇ ਇਸ ਕਾਰਨ ਕਰਕੇ ਹੁਣ ਲੋਕਾਂ ਨੂੰ ਥੋੜ੍ਹਾ ਜਿਹਾ ਪੇਸ਼ੈਂਸ ਰੱਖਣੀ ਪਏਗੀ ਔਰ ਉਹਨਾਂ ਨਾਲ ਮੇਰੀ ਪੂਰੀ ਸਹਾਨੁਭੂਤੀ ਹੈ, ਕਿਉਂਕਿ ਉਹਨਾਂ ਦੇ ਇੱਥੇ ਕਿਰਾਏ 'ਤੇ ਘਰ ਲਿੱਤੇ ਹੋਏ ਨੇ, ਗੱਡੀਆਂ ਲਿੱਤੀਆਂ ਹੋਈਆਂ, ਉਹਨਾਂ ਨੂੰ ਕਿਸ਼ਤਾਂ ਭਰਨੀਆਂ ਪੈ ਰਹੀਆਂ ਨੇ। ਪਰ ਮਜਬੂਰੀ ਹੈ ਕਿ ਕਿਉਂਕਿ ਸਰਕਾਰ ਕੋਲ ਜੋ ਕੈਪੈਸਿਟੀ ਨਹੀਂ ਹੈ ਕਿ ਕੁਆਰੰਟੀਨ ਵਿੱਚ ਉਹਨਾਂ ਨੂੰ ਇੱਥੇ ਲੈ ਕੇ ਆ ਸਕਣ। ਅਤੇ ਜਿਸ ਤਰ੍ਹਾਂ ਕਿ ਮੈਂ ਆਪਣੀ ਲੀਡਰਸ਼ਿਪ ਨਾਲ ਵੀ ਗੱਲ ਕੀਤੀ ਹੈ, ਜਿਸ ਤਰ੍ਹਾਂ ਹੀ ਇਹ ਇਕਨੋਮੀ ਆਪਣੇ ਬੈਕ ਟਰੈਕ ਹੋ ਜਾਂਦੀ ਹੈ, ਦੁਬਾਰਾ ਤੋਂ ਇੱਕ ਤਰ੍ਹਾਂ ਤਰੱਕੀ ਵੱਲ ਚੱਲ ਪੈਂਦੀ ਹੈ, ਅਤੇ ਮੇਰੀ ਇਹ ਕੋਸ਼ਿਸ਼ ਹੋਏਗੀ ਜਿਹੜੇ ਵਰਕ ਵੀਜ਼ਾ ਵਾਲੇ ਲੋਕ ਓਵਰਸੀਜ਼ ਅਟਕੇ ਹੋਏ ਹਨ ਉਹਨਾਂ ਨੂੰ ਪ੍ਰਾਇੋਰਟੀ 'ਤੇ ਇੱਥੇ ਲੈ ਕੇ ਆਇਆ ਜਾਏ, ਤਾਂ ਕਿ ਉਹਨਾਂ ਨੇ ਜੋ ਇੱਥੇ ਸਮਾਂ ਬਿਤਾਇਆ, ਜੋ ਉਹਨਾਂ ਨੇ ਇੱਥੇ ਦਾ ਐਕਸਪੀਰੀਅੰਸ ਗੇਨ ਕੀਤਾ ਹੈ, ਉਹਦਾ ਫਾਇਦਾ ਇਹ ਮੁਲਕ ਉਠਾ ਸਕੇ। ਬਿਲਕੁਲ। ਅਤੇ ਪਰ ਇਸ ਟਾਈਮ ਜੇ ਨਿਊਜ਼ੀਲੈਂਡ ਦੀ ਗੱਲ ਕੀਤੀ ਜਾਵੇ ਤਾਂ ਦੇਸ਼ ਦੀ ਜੋ ਮੌਜੂਦਾ ਪ੍ਰਧਾਨ ਮੰਤਰੀ ਹੈ ਜਸਿੰਡਾ ਦੀ ਗੱਲ ਕੀਤੀ ਜਾਵੇ, ਦੁਨੀਆ ਪੱਧਰ 'ਤੇ ਉਹਨਾਂ ਨੇ ਕਾਫੀ ਵਾਹਵਾ ਖੱਟੀ ਹੈ, ਕਿਉਂਕਿ ਕਰੋਨਾ ਨੂੰ ਬੜੇ ਟਾਈਮ ਨਾਲ ਉਹਨਾਂ ਨੇ ਕਾਬੂ ਕਰ ਲਿਆ ਸੀ। ਅਤੇ ਤੁਹਾਡੀ ਪਾਰਟੀ ਜਾਂ ਤੁਹਾਡੇ ਇਹਦੇ ਬਾਰੇ ਕੀ ਵਿਚਾਰ ਆ, ਕੀ ਕਹਿਣਾ ਚਾਹੋਗੇ? ਦੇਖੋ, ਨੋ ਡਾਊਟ, ਕਿਉਂਕਿ ਸਾਡਾ ਇੱਕ ਮੁਲਕ ਜਿਹੜਾ ਹੈਗਾ ਆਈਸੋਲੇਟਿਡ ਮੁਲਕ ਹੈ, ਸਾਡੇ ਆਲੇ ਦੁਆਲੇ ਕੋਈ ਵੀ ਨਹੀਂ ਹੈ। ਜੋ ਕੋਈ ਵੀ ਇੱਥੇ ਆਉਂਦਾ ਹੈ ਉਹ ਜਾਂ ਸਮੁੰਦਰ ਦੇ ਰਸਤੇ ਆਉਂਦਾ ਹੈ ਜਾਂ ਜਹਾਜ਼ ਦੇ ਉੱਤੇ ਆਉਂਦਾ ਹੈ। ਅਸੀਂ ਇਹ ਚੀਜ਼ ਫੈਬਰਵਰੀ ਤੋਂ ਕਹਿਣੀ ਸ਼ੁਰੂ ਕਰ ਦਿੱਤੀ ਸੀ ਕਿ ਬਾਰਡਰਸ ਨੂੰ ਇਮੀਡੀਏਟਲੀ ਸੀਲ ਕਰ ਦਿਓ। ਜਿਹੜੇ ਬੰਦੇ ਆ ਰਹੇ ਨੇ ਉਹਨਾਂ ਦੇ ਉੱਤੇ ਟੈਸਟ ਕਰੋ ਤਾਂ ਉਹਨਾਂ ਨੂੰ ਮੁਲਕ ਦੇ ਅੰਦਰ ਆਉਣ ਦਿਓ, ਕਿਉਂਕਿ ਹੋਰ ਕੋਈ ਜ਼ਰੀਆ ਨਹੀਂ ਸੀ ਕਿ ਸਾਡੇ ਇੱਥੇ ਕੋਵਿਡ ਦੀ ਜਿਹੜੀ ਹੈ ਪਹੁੰਚ ਹੋ ਸਕੇ। ਇਹ ਸਰਕਾਰ ਨੇ ਦੇਰ ਕੀਤੀ। ਜਿਹੜੇ ਇਹ 1500 ਜਾਂ 1600 ਕੇਸ ਹੋਏ ਨੇ ਇਹ ਵੀ ਨਹੀਂ ਹੋਣੇ ਸਨ ਅਗਰ ਇਹਨਾਂ ਨੇ ਉਹ ਪ੍ਰੀਕਾਸ਼ਨ ਲਿੱਤੀ ਹੁੰਦੀ। ਤਾਂ ਨਿਊਜ਼ੀਲੈਂਡ ਦੀ ਇਸ ਗੱਲੋਂ ਤਾਰੀਫ ਹੋ ਰਹੀ ਹੈ ਕਿ ਨਿਊਜ਼ੀਲੈਂਡ ਨੇ ਜਿੰਨਾ ਵੀ ਕੋਵਿਡ ਦੇ ਕੇਸ ਆਏ ਸੀ ਉਹਨਾਂ ਨੂੰ ਬੜੇ ਟਾਈਮ ਦੀ ਜਿਹੜਾ ਉਹ ਕਾਬੂ ਕਰ ਲਿਆ, ਅਤੇ ਇਸ ਗੱਲ ਦੀ ਤਾਰੀਫ ਹੋ ਰਹੀ ਹੈ। ਮੇਰਾ ਕੁਐਸਚਨ ਇਹ ਹੈ ਕਿ ਤੁਸੀਂ ਉਸ ਤਾਰੀਫ ਦੇ ਨਾਲ ਸਹਿਮਤ ਹੋ ਵੀ ਹਾਂ ਸਰਕਾਰ ਨੇ ਜਿਹੜਾ ਵਧੀਆ ਕੰਮ ਕੀਤਾ ਹੈ? ਤੁਹਾਡੇ ਕੀ ਆਪਣੇ ਵਿਊ ਹੈ? ਦੇਖੋ, ਤਾਰੀਫ ਦੀ ਜਿੱਥੇ ਤੱਕ ਗੱਲ ਹੈ ਕਿ ਹਾਂ ਕੰਟਰੋਲ ਅਸੀਂ ਕਰ ਲਿਆ, ਕਿਉਂਕਿ ਇਹਦੇ ਵਿੱਚ ਪੂਰਾ ਲੋਕਡਾਊਨ ਕਰ ਦਿੱਤਾ ਗਿਆ, ਪੂਰੇ ਮੁਲਕ ਨੇ ਸਹਿਯੋਗ ਕੀਤਾ ਸਰਕਾਰ ਦੇ ਨਾਲ। ਪਰ ਮੇਰਾ ਇੱਥੇ ਇਹ ਮੁੱਦਾ ਚੁੱਕਣ ਦਾ ਹੈ ਵੇ ਕਿ ਇਹ 1500 ਕੇਸ ਵੀ ਨਹੀਂ ਹੋਣੇ ਸਨ ਅਗਰ ਸਰਕਾਰ ਪਹਿਲੇ ਹੋਰ 2-4 ਹਫ਼ਤੇ ਪਹਿਲੇ ਕਰ ਲੈਂਦੀ। ਬਿਲਕੁਲ। ਜੇ ਆਪਾਂ ਪਿਛਲੇ ਕੁਛ ਮਹੀਨਿਆਂ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਨੈਸ਼ਨਲ ਪਾਰਟੀ 'ਚ ਕਾਫੀ ਉਤਲ ਪੁਤਲ ਹੋਈ ਹੈ, ਅਸਤੀਫਿਆਂ ਦਾ ਦੌਰ ਚੱਲਿਆ। ਉਸ ਚੀਜ਼ ਨੂੰ ਤੁਸੀਂ ਕੀ ਦੇਖਦੇ ਹੋ ਵੀ ਕਿਤੇ ਨਾ ਕਿਤੇ ਇਹ ਜਸਿੰਡਾ ਸਰਕਾਰ ਦੀ ਚੜ੍ਹਤ ਸੀ, ਉਹਦੇ ਦਬਾਅ ਵਿੱਚ ਹੋਇਆ, ਜਾਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਦੇਖੋ, ਇਹ ਹਮੇਸ਼ਾ ਹੀ ਹੁੰਦਾ ਕਿ ਹਰ ਪਾਰਲੀਮੈਂਟ ਵਿੱਚ ਕਾਫੀ ਸਮੇਂ ਤੋਂ MP ਹੁੰਦੇ ਨੇ, ਉਹ ਕਿਸੇ ਨਾ ਕਿਸੇ ਰੀਜ਼ਨ ਤੋਂ ਆਪਣੀ ਰਿਟਾਇਰਮੈਂਟ ਅਨਾਊਂਸ ਕਰ ਲੈਂਦੇ ਨੇ। ਕੁਝ ਪਹਿਲੇ ਕਰ ਲੈਂਦੇ ਨੇ, ਕੁਝ ਕਲੋਜ਼ਰ ਟੂ ਦ ਟਾਈਮ ਕਰ ਲੈਂਦੇ ਨੇ, ਅਤੇ ਉਹੀ ਚੀਜ਼ ਹੋ ਰਹੀ ਹੈ। ਔਰ ਵਿੱਚੋਂ ਦੀ 1-2 MPs ਐਸੇ ਵੀ ਨੇ ਜਿਹੜੇ ਕਿ ਕਾਫੀ ਜਿਨ੍ਹਾਂ ਨੇ ਦਿਲ ਨੂੰ ਠੇਸ ਪਹੁੰਚਾਈ ਹੈ, ਉਹਨਾਂ ਦੇ ਜਾਣ ਨਾਲ ਕਾਫੀ ਲੋਕ ਅਪਸੈਟ ਹੋਏ ਨੇ। ਪਰ ਮੈਂ ਸਮਝਦਾ ਵਾਂ ਕਿ ਉਹਨਾਂ ਦੇ ਜਾਣ ਦੇ ਨਾਲ ਪਾਰਟੀ ਜਿਹੜੀ ਇੱਕ ਵਾਰ ਫਿਰ ਤੋਂ ਬੜੀ ਸਟੇਬਲ ਪੋਜੀਸ਼ਨ 'ਤੇ ਆ ਗਈ ਹੈ।
ਹੁਣ ਜੋ ਸਾਡੀ ਮੌਜੂਦਾ ਲੀਡਰ ਨੇ ਜੁਡਿਥ ਕੋਲਿੰਸ, ਉਹਨਾਂ ਦੀ ਇੱਕ ਚੀਜ਼ ਲੋਕਾਂ ਨੂੰ ਪਸੰਦ ਹੈ ਕਿ ਉਹ ਆਪਣਾ ਡਿਸੀਜਨ ਬਣਾਉਣ ਲਈ ਘਬਰਾਉਂਦੇ ਨਹੀਂ ਨੇ। ਤੇ ਜਿਵੇਂ ਬੀਤੇ ਦਿਨੀ ਗੱਲ ਕਰੀਏ, ਆਪਣਾ ਜਿਹੜਾ ਤੁਹਾਡਾ ਮੇਨ ਲੀਡਰ ਸੀ ਤੇ ਉਹਨੇ ਆਪਣਾ ਅਸਤੀਫਾ ਦਿੱਤਾ ਤੇ ਉਹਦੇ ਨਾਲ ਇੱਕ ਵਾਰੀ ਪਾਰਟੀ ਦਾ ਜਿਹੜਾ ਸਥਲ ਆਪਾਂ ਕਹਿ ਸਕਦੇ ਹਾਂ ਵੀ ਡਾਮਾਡੋਲ ਜ਼ਰੂਰ ਹੋਇਆ ਸੀ। ਤੇ ਤੁਹਾਨੂੰ ਕੀ ਲੱਗਦਾ ਕਿ ਆਉਣ ਵਾਲੀ ਇਲੈਕਸ਼ਨ ਤੇ ਉਹਦਾ ਅਸਰ ਪਊਗਾ ਜਾਂ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਉਹ ਹੁਣ ਹਿਸਟਰੀ ਹੋ ਚੁੱਕੀ ਹੈ, ਉਹ ਪਾਸਟ ਹੈ, ਕੋਈ ਇਸ ਬਾਰੇ ਗੱਲ ਨਹੀਂ ਕਰ ਰਿਹਾ ਕਿ ਲੀਡਰਸ਼ਿਪ ਚੇਂਜ ਹੋਈ ਕੀ ਹੋਇਆ। ਪਰ ਇਸ ਟਾਈਮ ਤੇ ਮੇਨ ਫੋਕਸ ਹੈ ਕਿ ਸਾਡੇ ਕੋਲ ਬਹੁਤ ਸਟਰੋਂਗ ਲੀਡਰ ਹੈ ਔਰ ਸਟਰੋਂਗ ਲੀਡਰ ਦੇ ਨਾਲ ਨਾਲ ਟੀਮ ਵੀ ਹੈ। ਅਗਰ ਤੁਸੀਂ ਕੰਪੇਅਰ ਕਰੋ, ਸਾਡੇ ਕੋਲ ਬਹੁਤ ਐਕਸਪੀਰੀਅੰਸਡ ਬੰਦੇ ਜਿਹੜੇ ਨੇ ਉਹ ਸਾਡੀ ਟੀਮ ਵਿੱਚ ਆਉਣ ਵਾਲੇ ਨੇ ਔਰ ਉਹਨਾਂ ਦਾ ਐਕਸਪੀਰੀਅੰਸ ਬਹੁਤ ਜਗ੍ਹਾਵਾਂ 'ਤੇ ਆਪਣੇ ਆਪ ਨੂੰ ਉਹਨਾਂ ਨੇ ਪ੍ਰੂਵ ਕੀਤਾ ਹੋਇਆ ਕਿ ਅਸੀਂ ਇਸ ਚੀਜ਼ ਵਿੱਚ ਕਾਮਯਾਬ ਰਵਾਂਗੇ। ਅਤੇ ਮੈਂ ਸਮਝਦਾ ਵਾਂ ਕਿ ਐਸੇ ਮੌਕੇ ਦੇ ਉੱਤੇ ਜਦੋਂ ਕਿ ਬਹੁਤ ਜ਼ਿਆਦਾ ਪ੍ਰੈਸ਼ਰ ਹੈ, ਫੋਰ ਐਗਜ਼ਾਮਪਲ ਤਕਰੀਬਨ 140 ਬਿਲੀਅਨ ਡਾਲਰ ਦਾ ਲੋਨ ਇਹ ਸਰਕਾਰ ਚੁੱਕ ਚੁੱਕੀ ਹੈ ਔਰ ਤਕਰੀਬਨ 3.5 ਬਿਲੀਅਨ ਡਾਲਰ ਹਰ ਸਾਲ ਇੰਟਰਸਟ ਦੇਣਾ ਹੈ, ਜੋ ਕਿ ਸਾਡਾ ਪੁਲਿਸ ਦਾ ਟੋਟਲ ਬਜਟ ਹੈ ਉਹਦੇ ਬਰਾਬਰ ਹੈ। ਔਰ ਇਹ ਪੈਸਾ ਜਿਹੜਾ, ਜਿਹਨੂੰ ਤੁਹਾਨੂੰ ਪਤਾ ਹੈ ਕਿ ਇੰਟਰਸਟ ਜਿਹੜਾ ਉਹ ਟੱਠੇ ਖੂਹ ਜਾਂਦਾ ਹੈ, ਉਹਦੀ ਕੋਈ ਤੁਹਾਨੂੰ ਰਿਟਰਨ ਨਹੀਂ ਮਿਲਦੀ। ਅਤੇ ਮੈਂ ਸਮਝਦਾ ਵਾਂ ਕਿ ਬਹੁਤ ਲੋੜ ਹੈ ਕਿ ਇੱਕ ਸਟੇਬਲ ਔਰ ਐਕਸਪੀਰੀਅੰਸ ਟੀਮ ਜਿਹੜੀ ਇਸ ਮੁਲਕ ਨੂੰ ਦੁਬਾਰਾ ਤੋਂ ਸੰਭਾਲੇ ਔਰ ਅੱਗੇ ਲੈ ਕੇ ਜਾਏ। ਤੇ ਇਸ ਟਾਈਮ ਕੋਵਿਡ ਤੋਂ ਬਾਅਦ ਜਿਹੜੇ ਦੇਸ਼ ਵਿੱਚ ਹਾਲਾਤ ਬਣੇ ਆ ਉਹਨਾਂ ਨੂੰ ਲੈ ਕੇ ਜੋ ਮੌਜੂਦਾ ਇਮੀਗ੍ਰੇਸ਼ਨ ਮਿਨਿਸਟਰ ਸੀ ਉਹਨਾਂ ਦੇ ਵਿਰੁੱਧ ਧਰਨੇ ਮੁਜ਼ਾਹਰੇ ਵੀ ਲੱਗੇ ਆ। ਤੇ ਵੱਡਾ ਮੁੱਦਾ ਪਹਿਲਾਂ ਪੇਰੈਂਟਸ ਦਾ ਸੀਗਾ ਇੱਥੇ ਕਿ ਪੇਰੈਂਟਸ ਦੀ PR ਖੋਲ੍ਹੀ ਜਾਵੇ। ਇਸ ਟਾਈਮ ਜੋ ਬਹੁਤ ਸਾਰੇ ਮਾਈਗ੍ਰੈਂਟਸ ਆਪੋ ਆਪਣੇ ਦੇਸ਼ਾਂ 'ਚ ਫਸੇ ਹੋਏ ਆ, ਉਹਨਾਂ ਦੇ ਵਾਪਸ ਆਉਣ ਦਾ ਮੁੱਦਾ ਵੱਡਾ ਗਰਮਾਇਆ ਹੋਇਆ ਤੇ ਇਹਨਾਂ ਇਲੈਕਸ਼ਨਾਂ ਵਿੱਚ ਇਹ ਮਾਈਗ੍ਰੈਂਟਸ ਦੀ ਮੁੱਖ ਮੰਗ ਹੈ। ਤੇ ਤੁਸੀਂ ਇਹਦੇ ਲਈ ਆਉਣ ਵਾਲੇ ਟਾਈਮ ਵਿੱਚ ਕੀ ਕਰੋਗੇ ਤੇ ਹੁਣ ਤੱਕ ਤੁਸੀਂ ਉਹਦੇ ਲਈ ਕੀ ਕੀਤਾ? ਦੇਖੋ, ਜਿੱਥੇ ਤੱਕ ਪੇਰੈਂਟਸ ਕੈਟੇਗਰੀ ਦੀ ਗੱਲ ਹੈ, ਉਸ ਟਾਈਮ 'ਤੇ ਬਹੁਤ ਸਾਰੀ ਐਪਲੀਕੇਸ਼ਨਸ ਜਿਹੜੀਆਂ ਸਨ ਉਹ ਜਿਹਨੂੰ ਕਹਿੰਦੇ ਔਨ ਹੋਲਡ ਸਨ। ਇਸੇ ਕਰਕੇ ਉਹਨਾਂ ਨੂੰ ਰੋਕ ਦਿੱਤਾ ਸੀ ਕਿਉਂਕਿ ਲਗਾਤਾਰ ਐਪਲੀਕੇਸ਼ਨਸ ਦੀ ਗਿਣਤੀ ਵੱਧ ਰਹੀ ਸੀ, ਪ੍ਰੋਸੈਸਿੰਗ ਨੂੰ ਟਾਈਮ ਲੱਗ ਰਿਹਾ ਸੀ। 2 ਸਾਲ ਦੇ ਲਈ ਅਸੀਂ ਉਹਨੂੰ ਔਨ ਹੋਲਡ ਪਾਇਆ ਸੀ ਕਿ ਉਸ ਟਾਈਮ 2 ਸਾਲ ਤੋਂ ਬਾਅਦ ਰਿਵਿਊ ਕਰਾਂਗੇ ਕਿ ਕਿਸ ਤਰ੍ਹਾਂ ਇਹ ਪੋਲਿਸੀ ਨੂੰ ਦੁਬਾਰਾ ਤੋਂ ਚਾਲੂ ਕੀਤਾ ਜਾਏ। ਅਤੇ ਉਹ 2 ਸਾਲ ਦੀ ਬਜਾਏ ਇਸ ਸਰਕਾਰ ਨੇ ਤਕਰੀਬਨ 4 ਸਾਲ ਲਗਾ ਦਿੱਤੇ ਉਹਨੂੰ ਰਿਵਿਊ ਕਰਨ ਲਈ। ਔਰ ਰਿਵਿਊ ਕਰਕੇ ਜੋ ਉਹਦਾ ਰਿਜ਼ਲਟ ਦਿੱਤਾ ਉਹਦੇ ਵਿੱਚ ਉਹਨਾਂ ਨੇ ਕਰ ਦਿੱਤਾ ਕਿ ਇੱਕ ਪੇਰੈਂਟ ਨੂੰ ਅਗਰ ਤੁਸੀਂ ਬੁਲਾਉਣਾ ਤਾਂ ਤੁਹਾਡੀ ਇਨਕਮ 1 ਲੱਖ ਤੋਂ ਉੱਤੇ ਹੋਣੀ ਚਾਹੀਦੀ ਹੈ, 2 ਨੂੰ ਬੁਲਾਉਣਾ ਤਾਂ 2 ਲੱਖ ਤੋਂ ਉੱਤੇ ਹੋਣੀ ਚਾਹੀਦੀ ਹੈ। ਅਤੇ ਬੇਸਿਕਲੀ ਉਹ ਗੱਲ ਸੀ ਕਿ ਥੈਂਕ ਯੂ ਬਟ ਨੋ ਥੈਂਕ ਯੂ, ਕਿ ਅਸੀਂ ਤੁਹਾਡੇ ਪੇਰੈਂਟਸ ਨੂੰ ਨਹੀਂ ਚਾਹੁੰਦੇ। ਇਸ ਮੁੱਦੇ ਦੇ ਉੱਤੇ ਸਾਡੀ ਕਾਫੀ ਗੱਲਬਾਤ ਹੋਈ। ਅਸੀਂ ਡੈਫੀਨੇਟਲੀ ਇਸ ਪੋਲਿਸੀ ਨੂੰ ਇੱਕ ਵਾਰ ਦੁਬਾਰਾ ਤੋਂ ਰਿਵਿਊ ਕਰਾਂਗੇ ਕਿਉਂਕਿ ਕਾਫੀ ਸਾਰੇ ਜਿਹੜੇ ਮੁੱਦੇ ਨੇ ਉਹਨਾਂ ਨੂੰ ਰਿਜ਼ੋਲਵ ਕਰਨ ਦੀ ਲੋੜ ਹੈ। ਪੇਰੈਂਟਸ ਅਗਰ ਆਉਂਦੇ ਨੇ ਉਹ ਇੱਥੇ ਉਹ ਕਈ ਵਾਰ ਆਈਸੋਲੇਟਿਡ ਫੀਲ ਕਰਦੇ ਨੇ, ਉਹਨਾਂ ਨੂੰ ਇਕੱਲਾਪਨ ਮਹਿਸੂਸ ਹੁੰਦਾ ਹੈ। ਉਹਨਾਂ ਨੂੰ ਕਿਸ ਤਰ੍ਹਾਂ ਹੱਲ ਕੀਤਾ ਜਾਏ। ਮੈਡੀਕਲ ਦਾ ਮੁੱਦਾ ਹੈਗਾ, ਕਾਫੀ ਸਾਰਾ ਜੋ ਖਰਚ ਹੈ ਉਹ ਸਰਕਾਰ ਦੇ ਉੱਤੇ ਪੈਂਦਾ ਹੈਗਾ। ਉਹ ਸਾਰੀ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਇੱਕ ਪੋਲਿਸੀ ਲੈ ਕੇ ਆਵਾਂਗੇ ਜਿਹਦੇ ਵਿੱਚ ਪੇਰੈਂਟਸ ਆ ਸਕਣਗੇ ਔਰ ਉਹਨਾਂ ਦੇ ਨਾਲ ਟਰਮਸ ਐਂਡ ਕੰਡੀਸ਼ਨਸ ਹੋਣਗੀਆਂ ਕਿ ਤੁਸੀਂ ਕਿਸ ਤਰ੍ਹਾਂ ਕਰ ਸਕਦੇ ਹੋ। ਪਰ ਮੈਂ ਇਤਨੀ ਆਪ ਜੀ ਨੂੰ ਆਸ਼ਵਾਸਨ ਦੇ ਸਕਦਾ ਕਿ ਇਹ ਨਹੀਂ ਹੋਏਗਾ ਕਿ 2 ਲੱਖ ਦੀ ਉਹਦੇ 'ਤੇ ਤੁਹਾਡੀ ਇਨਕਮ ਚਾਹੀਦੀ ਹੈ ਤਾਂ ਤੁਸੀਂ ਪੇਰੈਂਟ ਲਿਆ ਸਕਦੇ ਹੋ, ਕੋਈ ਨਹੀਂ ਲਿਆ ਸਕਦਾ। ਬਿਲਕੁਲ 2 ਲੱਖ ਦੀ ਇੱਕ ਕਪਲ ਦੀ ਇਨਕਮ ਬਹੁਤ ਘੱਟ ਐਸੇ ਕਪਲ ਹੋਣਗੇ ਜਿਨ੍ਹਾਂ ਦੀ ਇੰਨੀ ਇਨਕਮ ਹੋਏਗੀ। ਅਤੇ ਅਸੀਂ ਇੱਕ ਰੀਜ਼ਨੇਬਲ ਅਮਾਊਂਟ ਉਸ ਨੂੰ ਲੈ ਕੇ ਆਵਾਂਗੇ। ਉਹਦੇ ਨਾਲ ਕੁਝ ਕੇਵੀਏਟਸ ਹੋਣਗੇ, ਕੁਝ ਉਹਦੇ ਨਾਲ ਕੰਡੀਸ਼ਨਸ ਹੋਣਗੀਆਂ ਜਿਹੜੀਆਂ ਉਹਨਾਂ ਨੂੰ ਪੂਰੀਆਂ ਕਰਨੀਆਂ ਪੈਣਗੀਆਂ, ਪਰ ਉਹ ਪੇਰੈਂਟਸ ਨੂੰ ਲੈ ਕੇ ਆ ਸਕਣਗੇ। ਓਕੇ। ਅਤੇ ਜਿਹੜੇ ਇਸ ਟਾਈਮ ਮਾਈਗ੍ਰੈਂਟਸ ਬਾਹਰ ਵੱਖ-ਵੱਖ ਦੇ ਉਹਨਾਂ ਵਿੱਚ ਫਸੇ ਹੋਏ ਆ, ਬਹੁਤ ਸਾਰੇ ਆਪਣੇ ਪੰਜਾਬੀ ਵੀ ਆ ਜਿਹੜੇ ਇਸ ਟਾਈਮ ਪੰਜਾਬ ਵਿੱਚ ਸਟਕ ਨੇ। ਕੋਈ ਵਰਕ ਵੀਜ਼ਿਆਂ 'ਤੇ ਸੀ, ਕੋਈ ਸਟੂਡੈਂਟ ਸੀਗਾ, ਕੋਵਿਡ ਕਰਕੇ ਇੰਡੀਆ ਚਲੇ ਗਏ, ਫਸ ਗਏ, ਵਾਪਸ ਨਹੀਂ ਆ ਸਕਦੇ। ਉਹਨਾਂ ਲਈ ਤੁਸੀਂ ਇਸ ਟਾਈਮ ਕੀ ਕਰ ਰਹੇ ਹੋ ਅਤੇ ਆਉਣ ਵਾਲੇ ਟਾਈਮ ਵਿੱਚ ਜੇ ਤੁਹਾਡੀ ਸਰਕਾਰ ਆਉਂਦੀ ਹੈ ਤਾਂ ਉਹਨਾਂ ਲਈ ਕੀ ਪਾਲਿਸੀ ਲੈ ਕੇ ਆ ਰਹੇ ਹੋ? ਮੈਂ ਲਗਾਤਾਰ ਇਮੀਗ੍ਰੇਸ਼ਨ ਮਿਨਿਸਟਰ ਨੂੰ 2 ਵਾਰ ਚਿੱਠੀ ਲਿਖ ਚੁੱਕਾ ਵਾਂ ਕਿ ਉਹਨਾਂ ਦੇ ਉੱਤੇ ਕਲੀਅਰ ਪੋਲਿਸੀ ਦਿਓ ਕਿ ਕਿਸ ਤਰ੍ਹਾਂ ਤੁਸੀਂ ਚਾਹੋਗੇ ਉਹ ਆਉਣਗੇ। ਔਰ ਜਿਸ ਤਰ੍ਹਾਂ ਕਿ ਮੈਂ ਪਹਿਲੇ ਵੀ ਜ਼ਿਕਰ ਕੀਤਾ ਕਿ ਅਨਇੰਪਲੋਇਮੈਂਟ ਜਿਹੜੀ ਇੱਥੇ ਬਹੁਤ ਵਧਣ ਵਾਲੀ ਹੈ। ਔਰ ਇਸੇ ਮੌਕੇ 'ਤੇ ਤੁਸੀਂ ਕਹੋ ਕਿ ਅਸੀਂ ਜਿਹੜੇ ਨਿਊਜ਼ੀਲੈਂਡਰਸ ਨੇ ਅਨਇੰਪਲੋਇਡ ਨੇ ਉਹਨਾਂ ਨੂੰ ਅਸੀਂ ਨਾ ਦੇਖ ਰੇਖ ਕਰੀਏ ਔਰ ਉੱਤੋਂ ਦੀ ਮਾਈਗ੍ਰੈਂਟਸ ਨੂੰ ਹੋਰ ਲਿਆਈਏ ਜਿਹੜੇ ਵਰਕ ਵੀਜ਼ਾ ਵਾਲੇ ਨੇ, ਉਹਨਾਂ ਨੂੰ ਕੰਮ ਕਿਸ ਤਰ੍ਹਾਂ ਦੇਵਾਂਗੇ। ਮੇਰਾ ਇਹ ਮੰਨਣਾ ਹੈ ਕਿ ਜਿਸ ਤਰ੍ਹਾਂ ਹੀ ਇਹ ਇਕੋਨਮੀ ਜਿਹੜੀ ਹੈ ਬੈਕ ਔਨ ਟਰੈਕ ਹੋਏਗੀ, ਤਰੱਕੀ ਵੱਲ ਚੱਲ ਪਏਗੀ,
ਮਾਈਗ੍ਰੈਂਟਸ ਤੋਂ ਬਗੈਰ ਸਾਡਾ ਗੁਜ਼ਾਰਾ ਨਹੀਂ ਹੈ। ਸਾਨੂੰ ਚਾਹੀਦੇ ਨੇ, ਕਿਉਂਕਿ ਕੰਮ ਕਰਨ ਲਈ ਬੰਦੇ ਇੱਥੇ ਆਉਣਗੇ ਜਿਨ੍ਹਾਂ ਕੋਲ ਸਕਿੱਲਸ ਹੈਗੇ ਨੇ, ਜਿਨ੍ਹਾਂ ਦੇ ਕੋਲ ਹੁਨਰ ਹੈਗੇ ਨੇ। ਉਹ ਸਾਨੂੰ ਬੰਦਿਆਂ ਦੀ ਲੋੜ ਹੈਗੀ ਇਸ ਮੁਲਕ ਦੇ ਅੰਦਰ। ਔਰ ਤੁਸੀਂ ਜਾਣਦੇ ਹੀ ਹੋ ਕਿ ਹੌਸਪਿਟੈਲਿਟੀ ਔਰ ਟੂਰਿਜ਼ਮ ਬਿਲਕੁਲ ਜ਼ੀਰੋ ਹੋ ਚੁੱਕੀ ਹੈ, ਕੋਈ ਕੰਮ ਹੈ ਨਹੀਂ ਉਹਦੇ ਵਿੱਚ। ਔਰ ਵੱਡੀ ਜਿਹੜੀ ਆਰਗੇਨਾਈਜੇਸ਼ਨਸ ਨੇ, ਇਨਕਲੂਡਿੰਗ ਏਅਰ ਨਿਊਜ਼ੀਲੈਂਡ, ਵੇਅਰ ਹਾਊਸ, ਫਲੈਚਰਸ, ਕਈਆਂ ਨੇ ਆਪਣੇ ਜੋ ਇਹ ਨਹੀਂ ਕਿ 10-20 ਬੰਦੇ, ਪਰ ਕਈ 100 ਬੰਦੇ ਜੋ ਨੇ ਉਹਨਾਂ ਨੂੰ ਰਿਡੰਡੈਂਟ ਕਰਤਾ। ਪਰ ਮੈਂ ਸਮਝਦਾ ਹਾਂ ਕਿ ਇਸ ਟਾਈਮ ਜਿਹੜਾ ਇਹ ਜ਼ਿਆਦਾ ਦੇਰ ਨਹੀਂ ਰਹੇਗਾ। ਇਹ ਮੁਲਕ ਫਿਰ ਤੋਂ ਤਰੱਕੀ ਵੱਲ ਚਲੇਗਾ, ਕਿਉਂਕਿ ਸਾਡੀ ਜੋ ਹਾਰਟੀਕਲਚਰ ਔਰ ਐਗਰੀਕਲਚਰ ਔਰ ਡੇਅਰੀ ਪ੍ਰੋਡਕਟਸ ਜਿਹੜੇ ਨੇ ਉਹਨਾਂ ਦੀ ਡਿਮਾਂਡ ਲਗਾਤਾਰ ਵੱਧ ਰਹੀ ਹੈ। ਸਾਨੂੰ ਹੋਰ ਲੋਕਾਂ ਦੀ ਲੋੜ ਪਏਗੀ ਡੈਫੀਨੇਟਲੀ। ਮੇਰਾ ਇਹ ਕਹਿਣਾ ਹੈ ਕਿ ਮੇਰੇ ਜੋ ਸਾਡੇ ਇਮੀਗ੍ਰੇਸ਼ਨ ਦੇ ਸਪੋਕਸਪਰਸਨ ਨੇ, ਉਹਨਾਂ ਨੂੰ ਮੈਂ ਇਹੀਓ ਕਿਹਾ ਹੈਗਾ ਕਿ ਇਹਨਾਂ ਲੋਕਾਂ ਨੂੰ ਪ੍ਰਾਇੋਰਟੀ ਮਿਲਣੀ ਚਾਹੀਦੀ ਹੈ ਕੱਲ੍ਹ ਨੂੰ, ਜਦ ਅਸੀਂ ਇਹ ਓਪਨ ਕਰਦੇ ਹਾਂ ਇਮੀਗ੍ਰੇਸ਼ਨ ਨੂੰ, ਕਿ ਜਿਨ੍ਹਾਂ ਨੇ ਪਹਿਲੇ ਇੱਥੇ ਕੰਮ ਕੀਤਾ ਹੈ, ਜਿਨ੍ਹਾਂ ਕੋਲ ਇੱਥੇ ਦਾ ਐਕਸਪੀਰੀਅੰਸ ਹੈਗਾ, ਔਰ ਜਿਹੜੇ ਵੈਲਿਡ ਵੀਜ਼ਾ ਨਾਲ ਇੱਥੇ ਸਨ ਪਰ ਕਿਸੇ ਕਾਰਨ ਗਏ ਸਨ, ਚਾਹੇ ਉਹ ਆਪਣੇ ਪੇਰੈਂਟਸ ਨੂੰ ਮਿਲਣ ਗਏ ਸੀ, ਚਾਹੇ ਉਹ ਛੁੱਟੀ ਮਨਾਉਣ ਲਈ ਗਏ ਸੀ ਜਾਂ ਸ਼ਾਦੀ ਕਰਾਉਣ ਲਈ ਗਏ ਸੀ, ਉਹਨਾਂ ਨੂੰ ਪ੍ਰਾਇੋਰਟੀ ਮਿਲਣੀ ਚਾਹੀਦੀ ਹੈ। ਉਹਨਾਂ ਨੂੰ ਪਹਿਲੇ ਲੈ ਕੇ ਆਉਣਾ ਚਾਹੀਦਾ, ਬਾਕੀਆਂ ਨੂੰ ਬਾਅਦ ਵਿੱਚੋਂ ਲਿਆਉਣਾ ਚਾਹੀਦਾ। ਤੇ ਮਾਈਗ੍ਰੈਂਟਸ ਜਿਹੜੇ ਇਸ ਟਾਈਮ ਬਾਹਰ ਫਸੇ ਹੋਏ ਆ, ਕੀ ਉਹਨਾਂ ਨੂੰ ਤੁਸੀਂ ਭਰੋਸਾ ਦਿਵਾਉਂਦੇ ਹੋ ਕਿ ਜੋ ਤੁਸੀਂ ਕਹਿ ਰਹੇ ਹੋ ਤੇ ਉਹ ਵਾਕਈ ਤੁਸੀਂ ਕਰਵਾ ਕੇ ਦਿਖਾਓਗੇ? ਕਿਉਂਕਿ ਤੁਸੀਂ ਮਾਈਗ੍ਰੈਂਟਸ ਦੇ ਤੇ ਇੱਕ ਬੁਲਾਰੇ ਵੀ ਹੋ, ਖੁਦ ਮਾਈਗ੍ਰੈਂਟ ਹੋ, ਤੁਹਾਨੂੰ ਉਹਨਾਂ ਦੀਆਂ ਸਮੱਸਿਆਵਾਂ ਪਤਾ ਵੀ ਹੈ, ਤੇ ਉਹਨਾਂ ਨੂੰ ਕੀ ਭਰੋਸਾ ਦਿਵਾਉਂਦੇ ਹੋ ਤੁਸੀਂ? ਦੇਖੋ, ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਹੁਣੇ ਵੀ ਜ਼ਿਕਰ ਕੀਤਾ ਕਿ ਮੇਰਾ ਕੰਮ ਹੈ ਕਿ ਜਿਹੜਾ ਮਾਈਗ੍ਰੈਂਟਸ ਦੇ ਇਸ਼ੂਜ਼ ਨੇ, ਉਹ ਚਾਹੇ ਉਹ ਲੇਬਰ ਦੀ ਸਰਕਾਰ ਹੋਏ ਚਾਹੇ ਆਪਣੀ ਸਰਕਾਰ ਹੋਏ, ਉਹਦੇ ਅੱਗੇ ਰੱਖਣਾ। ਔਰ ਪੂਰੀ ਕੋਸ਼ਿਸ਼ ਹੋਣੀ ਚਾਹੀਦੀ ਹੈ, ਮੇਰੀ ਕੋਸ਼ਿਸ਼ ਹੋਏਗੀ ਕਿ ਇਹ ਬੰਦੇ ਜਿਹੜੇ ਉੱਥੇ ਅਟਕੇ ਹੋਏ ਨੇ, ਇਹਨਾਂ ਨੂੰ ਪ੍ਰਾਇੋਰਟੀ ਦੇ ਉੱਤੇ ਵਾਪਸ ਆਉਣਾ ਚਾਹੀਦਾ ਔਰ ਉਹਨਾਂ ਨੂੰ ਪ੍ਰਾਇੋਰਟੀ ਮਿਲਣੀ ਚਾਹੀਦੀ ਹੈ। ਬਿਲਕੁਲ। ਤੇ ਇਹ ਤਾਂ ਹੋ ਗਈ ਜਿਹੜੇ ਮਾਈਗ੍ਰੈਂਟਸ ਫਸੇ ਹੋਏ ਆ ਉੱਥੇ। ਬਹੁਤ ਸਾਰੇ ਆਪਣੇ ਇੱਥੇ ਵੀ ਸਟੂਡੈਂਟ ਇਸ ਟਾਈਮ ਵਰਕ ਵੀਜ਼ਿਆਂ ਵਾਲੇ ਉਹ ਹੈ ਜਿਨ੍ਹਾਂ ਦੇ ਅੱਗੇ ਵੀਜ਼ਿਆਂ ਨੂੰ ਵਧਾਉਣ ਲਈ ਇਸ ਟਾਈਮ ਦਿੱਕਤਾਂ ਆ ਰਹੀਆਂ। ਪੁਆਇੰਟ ਸਿਸਟਮ ਵੱਧ ਗਿਆ, PR ਅਪਲਾਈ ਕਰਨ ਲਈ ਐਲੀਜੀਬਲ ਨਹੀਂ ਰਹੇ। ਤੇ ਜਦੋਂ ਲਾਸਟ ਟਾਈਮ ਵਧਿਆ 140 ਤੋਂ 160 ਹੋਏ ਆ, ਐਲੀਜੀਬਲ ਨਹੀਂ ਰਹੇ। ਦੁਬਾਰਾ 160 ਲਈ ਉਹਨਾਂ ਨੇ ਕੋਸ਼ਿਸ਼ ਕੀਤੀ। ਹੁਣ 2-3 ਸਾਲ ਦਾ ਐਕਸਪੀਰੀਅੰਸ ਹੋਇਆ, ਹੁਣ ਕੋਵਿਡ ਆ ਗਿਆ, ਹੁਣ ਕਈ ਤਰ੍ਹਾਂ ਦੇ ਹੋਰ ਨਵੇਂ ਜਿਹੜੇ ਇਮੀਗ੍ਰੇਸ਼ਨ ਨੇ ਕਾਨੂੰਨ ਆ ਸਖਤ ਕਰਤੇ ਆ। ਤੇ ਉਹਨਾਂ ਦੀ ਅੱਗੇ ਤੁਸੀਂ ਆਉਣ ਵਾਲੇ ਟਾਈਮ 'ਚ ਜੇ ਤੁਹਾਡੀ ਸਰਕਾਰ ਆਉਂਦੀ ਹੈ, ਕੀ ਮਦਦ ਕਰੋਗੇ? ਦੇਖੋ, ਕਾਫੀ ਚੈਲੰਜਿੰਗ ਟਾਈਮ ਹੈ। ਇਹਦੇ ਵਿੱਚ ਹਾਲ ਦੀ ਘੜੀ ਮੈਂ ਨਹੀਂ ਕਹਿ ਸਕਦਾ ਕਿ ਇਹ ਕਰ ਪਾਵਾਂਗਾ ਮੈਂ, ਪਰ ਡੈਫੀਨੇਟਲੀ, ਕਿਉਂਕਿ ਸਾਨੂੰ ਨਹੀਂ ਪਤਾ ਕਿ ਇਸ ਟਾਈਮ ਜੋ ਗਵਰਨਮੈਂਟ ਦੇ ਕੋਲ ਸਟੈਟਸ ਨੇ ਉਹ ਕੀ ਨੇ, ਕਿੰਨੇ ਬੰਦੇ ਅਨਇੰਪਲੋਇਮੈਂਟ ਤੇ ਕਿੰਨੇ ਬੰਦਿਆਂ ਕੋਲ ਜੋਬ ਆਫਰਸ ਹੈ। ਕਿਉਂਕਿ ਜੋਬ ਆਫਰ ਹੋਣੀ ਇਹਦੇ ਵਿੱਚ ਇੱਕ ਲਾਜ਼ਮੀ ਆਸਪੈਕਟ ਹੈਗਾ, ਔਰ ਕਿੰਨਿਆਂ ਕੋਲ ਹੈ ਕਿੰਨਿਆਂ ਕੋਲ ਨਹੀਂ ਹੈ, ਇਹ ਵੀ ਚੀਜ਼ ਜਿਹੜੀ ਹੈ ਉਹ ਦੇਖਣ ਵਾਲੀ ਹੈ। ਜਿਹੜੇ ਐਲੀਜੀਬਲ ਹੁੰਦੇ ਨੇ ਬੰਦੇ, ਜਿਹੜੇ ਕੰਡੀਸ਼ਨਸ ਨੂੰ ਪੂਰਾ ਕਰਦੇ ਨੇ, ਡੈਫੀਨੇਟਲੀ ਉਹਨਾਂ ਨੂੰ ਵੀਜ਼ਾ ਮਿਲਣਾ ਚਾਹੀਦਾ। ਤੇ ਤੁਸੀਂ ਪ੍ਰੋਮਿਸ ਕਰਦੇ ਹੋ ਕਿ ਉਹਨਾਂ ਦੀ ਆਵਾਜ਼ ਆ ਜਿਹੜੀ ਅੱਗੇ ਤੱਕ ਲੈ ਕੇ ਜਾਓਗੇ? ਦੇਖੋ, ਪ੍ਰੋਮਿਸ ਦੀ ਜਿੱਥੇ ਤੱਕ ਗੱਲ ਹੈ, ਮੈਂ ਪਹਿਲੇ ਹੀ ਕਹਿ ਰਿਹਾ ਕਿ ਜਿਹੜੇ ਬੰਦੇ ਐਲੀਜੀਬਲ ਨੇ ਉਹਨਾਂ ਨੂੰ ਵੀਜ਼ਾ ਮਿਲਣਾ ਚਾਹੀਦਾ, ਉਹਦੇ ਵਿੱਚ ਕੋਈ ਨਾ ਹੋਣੀ ਨਹੀਂ ਚਾਹੀਦੀ। ਬਹੁਤ ਗਿਣਤੀ ਆਪਣਾ ਪੰਜਾਬੀ ਜਾਂ ਭਾਰਤੀ ਭਾਈਚਾਰਾ ਵੀ ਰਹਿ ਰਿਹਾ, ਤੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਉਹ ਤੁਹਾਨੂੰ ਵੋਟ ਕਿਉਂ ਪਾਉਣ ਤੇ ਕੀ ਕਹੋਗੇ ਉਹਦੇ ਬਾਰੇ? ਦੇਖੋ, ਸਭ ਤੋਂ ਪਹਿਲੀ ਗੱਲ ਹੈ ਕਿ 3 ਸਾਲਾਂ ਵਿੱਚ ਇੱਕ ਵਾਰ ਮੌਕਾ ਮਿਲਦਾ ਹੈ ਵੋਟ ਪਾਉਣ ਦਾ, ਤੇ ਮੈਂ ਉਹਨਾਂ ਨੂੰ ਇਹੀ ਆਗਰੇ ਕਰਾਂਗਾ ਕਿ ਵੋਟ ਜ਼ਰੂਰ ਪਾਉਣ। ਔਰ ਕਿਉਂਕਿ ਮੈਂ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਪਾਰਲੀਮੈਂਟ ਵਿੱਚ ਕਰਦਾ ਵਾਂ, ਹਮੇਸ਼ਾ ਉਹਨਾਂ ਦੀ ਆਵਾਜ਼ ਬਣ ਕੇ ਸਰਕਾਰ ਦੇ ਨਾਲ ਉਹਨਾਂ ਨੂੰ ਰਿਪਰੈਜ਼ੈਂਟ ਕੀਤਾ ਹੈਗਾ, ਤੇ ਇੱਕ ਵਾਰ ਫਿਰ ਤੋਂ ਮੈਨੂੰ ਮੌਕਾ ਮਿਲਣਾ ਚਾਹੀਦਾ ਕਿ ਮੈਂ ਉਹਨਾਂ ਦੀ ਆਵਾਜ਼ ਬਣ ਕੇ ਪਾਰਲੀਮੈਂਟ ਪਹੁੰਚਾਂ। ਬਿਲਕੁਲ। ਤੇ ਇੱਥੇ ਮੈਂ ਆਪਣੇ ਦਰਸ਼ਕਾਂ ਨੂੰ ਦੱਸਦਾ ਜਾਵਾਂ ਕਿ ਨਿਊਜ਼ੀਲੈਂਡ ਦੇ ਵਿੱਚ ਜਿਹੜਾ ਵੋਟਾਂ ਪਾਉਣ ਦਾ ਸਿਸਟਮ ਹੈ ਉਹ ਭਾਰਤ ਨਾਲੋਂ ਕਾਫੀ ਵੱਖਰਾ ਹੈ। ਤੇ ਬਖਸ਼ੀ ਜੀ, ਮੈਂ ਚਾਹੂੰਗਾ ਇੱਕ ਵਾਰੀ ਜਰਾ ਕੋ ਉਹਦੇ 'ਤੇ ਵੀ ਥੋੜ੍ਹਾ ਜਿਹਾ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਕਿ ਕਿਸ ਤਰ੍ਹਾਂ ਇੱਥੇ 2 ਤਰ੍ਹਾਂ ਨਾਲ ਵੋਟਾਂ ਪੈਂਦੀਆਂ, ਤੇ 2 ਆਪਾਂ ਨੂੰ ਵੋਟ ਪਾਣੀ, 2 ਵੋਟਾਂ ਪਾਣੀਆਂ ਪੈਂਦੀਆਂ, ਤੇ ਥੋੜ੍ਹੀ ਜਿਹੀ ਉਹਦੀ ਵੀ ਜਾਣਕਾਰੀ ਜ਼ਰੂਰ ਦਿਓ। ਸਾਡੇ ਇੱਥੇ ਪ੍ਰਪੋਰਸ਼ਨੇਟ ਰਿਪਰੈਜ਼ੈਂਟੇਸ਼ਨ ਦਾ ਸਿਸਟਮ ਹੈਗਾ ਪਾਰਲੀਮੈਂਟ ਦੇ ਵਿੱਚ, ਤੇ ਹਰ ਜਿਹੜਾ ਐਲੀਜੀਬਲ ਬੰਦਾ ਹੈਗਾ ਉਹ ਇੱਥੇ 2 ਵੋਟਾਂ ਪਾ ਸਕਦਾ ਹੈ। ਬੈਲਟ ਪੇਪਰ ਇੱਕੋ ਹੀ ਹੁੰਦਾ, ਪਰ ਉਹਨੂੰ 2 ਹਿੱਸਿਆਂ 'ਚ ਵੰਡਿਆ ਹੁੰਦਾ। ਇੱਕ ਪਾਸੇ ਕੈਂਡੀਡੇਟ ਨੂੰ ਦੇ ਨਾਮ ਲਿਖੇ ਹੁੰਦੇ ਨੇ ਔਰ ਇੱਕ ਪਾਸੇ ਪਾਰਟੀ ਦਾ ਨਾਮ ਲਿਖਿਆ ਹੁੰਦਾ ਹੈ। ਤੁਸੀਂ ਇੱਕ ਕੈਂਡੀਡੇਟ ਨੂੰ ਵੋਟ ਪਾ ਸਕਦੇ ਹੋ, ਇੱਕ ਪਾਰਟੀ ਨੂੰ ਪਾ ਸਕਦੇ ਹੋ। ਪਾਰਟੀ ਦੀ ਵੋਟ ਜਿਹੜੀ ਹੈ ਉਹ ਟੋਟਲ ਕਰਕੇ ਜਿੰਨੀ ਬਣਦੀ ਹੈ, ਸਪੋਜ਼ 40% ਵੋਟ ਇੱਕ ਪਾਰਟੀ ਨੂੰ ਮਿਲਦੀ ਹੈ, 60% ਇੱਕ ਨੂੰ ਮਿਲਦੀ ਹੈ, ਤੇ 120 ਮੈਂਬਰਸ ਦੀ ਪਾਰਲੀਮੈਂਟ ਹੈ।
ਉਹਦੇ ਵਿੱਚ ਉਹਨਾਂ ਦੀ ਪ੍ਰਪੋਰਸ਼ਨੇਟ ਰਿਪਰੈਜ਼ੈਂਟੇਸ਼ਨ ਉਤਨੀ ਹੋਏਗੀ। ਓਕੇ, ਉਹਦੇ ਵਿੱਚੋਂ ਤਕਰੀਬਨ ਜਿਹੜੇ ਨੇ 67 ਦੇ ਕਰੀਬ ਫਸਟ ਪਾਸ ਦਾ ਪੋਸਟ, ਜਿਸ ਤਰ੍ਹਾਂ ਇੰਡੀਆ 'ਚ ਹੁੰਦਾ ਹੈ ਕਿ ਤੁਹਾਡੀ ਵੋਟਾਂ ਪੈ ਗਈਆਂ, ਜੋ ਜਿੱਤ ਗਿਆ, ਜਿਹਨੂੰ ਜ਼ਿਆਦਾ ਵੋਟਾਂ ਪਈਆਂ ਉਹ ਜਿੱਤ ਗਿਆ। ਬਿਲਕੁਲ। ਬਾਕੀ ਦੇ ਜਿਹੜੇ MPs ਨੇ ਉਹ ਲਿਸਟ ਤੋਂ ਆਉਂਦੇ ਨੇ ਕਿ ਪਾਰਟੀ ਨੂੰ ਜਿਤਨੀ ਵੋਟ ਮਿਲੀ ਉਤਨੇ ਲਿਸਟ MPs ਆ ਜਾਣਗੇ, ਔਰ ਉਹ ਫਿਰ ਅਲਟੀਮੇਟਲੀ ਰਿਜ਼ਲਟ ਜਿਹੜਾ ਹੈਗਾ ਉਹ ਡਿਸਾਈਡ ਕਰਦਾ ਹੈ ਕਿ ਪਾਰਲੀਮੈਂਟ ਵਿੱਚ ਕਿਤਨੇ MP ਬਣੇ, ਕਿਤਨੀ ਪਾਰਟੀ ਕੋਲ ਆਏ ਔਰ ਕਿਹੜੀ ਪਾਰਟੀ ਸਰਕਾਰ ਬਣਾਏਗੀ। ਥੋੜ੍ਹਾ ਜਿਹਾ ਕੰਪਲਿਕੇਟਿਡ ਹੈ, ਇੰਨੀ ਜਲਦੀ ਨਹੀਂ ਸਮਝ ਆਉਂਦਾ, ਪਰ ਬੇਸਿਕਲੀ ਇਹੀ ਹੈ ਕਿ ਪਾਰਟੀ ਵੋਟ ਜਿਹੜੀ ਹੈ ਉਹ ਇੰਪੋਰਟੈਂਟ ਵੋਟ ਹੈ। ਔਰ ਮੈਂ ਤੁਹਾਡੇ ਦਰਸ਼ਕਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਚਾਹੇ ਉਹ ਨਿਊਜ਼ੀਲੈਂਡ ਦੇ ਕਿਸੇ ਹਿੱਸੇ 'ਚ ਰਹਿੰਦੇ ਹੋਣ, ਅਗਰ ਉਹ ਆਪਣੀ ਪਾਰਟੀ ਵੋਟ ਨੈਸ਼ਨਲ ਨੂੰ ਦਿੰਦੇ ਨੇ, ਉਹ ਮੇਰੇ ਖਾਤੇ 'ਚ ਜਾਂਦੀ ਹੈ, ਕਿਉਂਕਿ ਮੈਂ ਲਿਸਟ MP ਹਾਂ ਅਤੇ ਮੇਰਾ ਪਾਰਲੀਮੈਂਟ 'ਚ ਪਹੁੰਚਣਾ ਸੰਭਵ ਹੋਏਗਾ। ਬਿਲਕੁਲ। ਅਤੇ ਇੱਥੇ ਮੈਂ ਆਪਣੇ ਦਰਸ਼ਕਾਂ ਨੂੰ ਦੱਸਦਾ ਜਾਵਾਂ ਕਿ ਲਿਸਟ MP ਤੋਂ ਭਾਵ ਹੈ ਕਿ ਜੇ ਕੋਈ ਵੀ ਸਿਆਸੀ ਪਾਰਟੀ ਹੈ ਜਿਹੜੀ, ਉਹ ਪਹਿਲਾਂ ਆਪਣੇ MPs ਦੀ ਇੱਕ ਲਿਸਟ ਜਾਰੀ ਕਰਦੀ ਹੈ ਅਤੇ ਉਹਦੇ ਵਿੱਚ ਇੱਕ ਨੰਬਰ ਦੇ ਵਾਈਜ਼ ਸਾਰਿਆਂ ਨੂੰ ਰੱਖਿਆ ਜਾਂਦਾ, ਅਤੇ ਜਿੰਨੇ MP ਜਿੱਤ ਕੇ ਪਾਰਟੀ ਵਿੱਚ ਚਲੇ ਗਏ, ਜਿਹੜੇ ਤਾਂ ਡਾਇਰੈਕਟ ਜਿੱਤ ਜਾਂਦੇ ਆ ਉਹ ਤਾਂ ਡਾਇਰੈਕਟ ਚਲੇ ਜਾਂਦੇ ਆ। ਉਸ ਤੋਂ ਬਾਅਦ ਪਾਰਟੀ ਵੋਟ ਦੇ ਹਿਸਾਬ ਨਾਲ ਪਰਸੈਂਟੇਜ ਕੱਢ ਕੇ ਜਿਹੜੇ ਬਾਕੀ ਰਹਿ ਜਾਂਦੇ ਆ ਅਤੇ ਉਹਨਾਂ ਨੂੰ ਉਹ ਲਿਸਟ ਦੇ ਵਿੱਚੋਂ ਫਿਰ ਚੁੱਕਿਆ ਜਾਂਦਾ। ਅਤੇ ਬਖਸ਼ੀ ਜੀ ਨੇ ਜਿਵੇਂ ਬਾਕੀ ਸਾਰਾ ਜਾਣਕਾਰੀ ਦੇ ਦਿੱਤੀ ਹੈ। ਬਖਸ਼ੀ ਜੀ, ਚੀਜ਼ ਮੈਂ ਹੋਰ ਕਹਿਣਾ ਚਾਹਾਂਗਾ ਕਿ ਕਿਉਂਕਿ ਤੁਹਾਡੇ ਬਹੁਤ ਸਾਰੇ ਸਰੋਤੇ ਜਿਹੜੇ ਨਿਊਜ਼ੀਲੈਂਡ ਪਹਿਲੇ ਰਹਿੰਦੇ ਸਨ, ਉਹ ਹੁਣ ਦੁਨੀਆ ਦੇ ਡਿਫਰੈਂਟ ਪਾਰਟਸ ਵਿੱਚ ਵੀ ਰਹਿੰਦੇ ਨੇ। ਕੁਝ ਬਹੁਤ ਸਾਰੇ ਤਾਂ ਆਸਟ੍ਰੇਲੀਆ ਚਲੇ ਗਏ, ਕੁਝ ਕੈਨੇਡਾ ਵੀ ਚਲੇ ਗਏ, ਕੁਝ ਯੂਰਪ ਵਿੱਚ ਵੀ ਨੇ। ਅਗਰ ਉਹਨਾਂ ਨੇ ਪਿਛਲੇ 3 ਸਾਲਾਂ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਵਿਜ਼ਿਟ ਕੀਤਾ ਹੈ ਅਤੇ ਉਹ ਵੀ ਐਲੀਜੀਬਲ ਨੇ ਵੋਟ ਪਾਉਣ ਦੇ ਲਈ, ਜਿੱਥੇ ਵੀ ਉਹ ਰਹਿੰਦੇ ਨੇ। ਓਕੇ। ਅਤੇ ਉਹ ਵੀ ਵੋਟ ਪਾ ਸਕਦੇ ਨੇ ਆਪਣੇ ਆਪ ਨੂੰ। ਉਹ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ 'ਤੇ ਜਾ ਕੇ ਉਸ ਨੂੰ ਰਜਿਸਟਰ ਕਰ ਲੈਣ ਆਪਣੇ ਆਪ ਨੂੰ, ਔਰ ਜਦ ਇਲੈਕਸ਼ਨ ਆਏਗੀ ਅਤੇ ਉਸ ਟਾਈਮ 'ਤੇ ਉਹ ਵੀ ਪਾਰਟੀ ਵੋਟ ਜਿਹੜੀ ਹੈ ਉਹ ਪਾ ਸਕਦੇ ਨੇ। ਕੈਂਡੀਡੇਟ ਵੋਟ ਵੀ ਪਾ ਸਕਦੇ ਨੇ। ਅਗਰ ਉਹ ਜਿਵੇਂ ਮੇਰੇ ਇਲਾਕੇ 'ਚ ਰਹਿੰਦੇ ਨੇ ਤਾਂ ਉਹ ਮੈਨੂੰ ਕੈਂਡੀਡੇਟ ਵੋਟ ਵੀ ਦੇ ਸਕਦੇ ਨੇ, ਰਹਿੰਦੇ ਸਨ, ਅਤੇ ਹੁਣ ਅਦਰਵਾਈਜ਼ ਪਾਰਟੀ ਵੋਟ ਦੇ ਸਕਦੇ ਨੇ। ਅਤੇ ਉਹ ਪਾਰਟੀ ਵੋਟ ਵੀ ਜਿਹੜੀ ਹੈ ਬਹੁਤ ਇੰਪੋਰਟੈਂਟ ਹੈ। ਓਕੇ। ਅਤੇ ਜਿਵੇਂ ਤੁਸੀਂ ਇਹ ਗੱਲ ਦੱਸੀ, ਇਹਦੇ ਵਿੱਚ ਸਿਰਫ ਜਿਹੜੇ ਸਿਟੀਜ਼ਨ ਆ ਜਿਨ੍ਹਾਂ ਕੋਲ ਨਿਊਜ਼ੀਲੈਂਡ ਦਾ ਪਾਸਪੋਰਟ ਉਹ ਐਲੀਜੀਬਲ ਨੇ, ਜਾਂ ਜਿਹੜੇ PR ਸੀ ਉਹ ਵੀ? ਜਿਹੜੇ PR, ਜਿਨ੍ਹਾਂ ਕੋਲ ਇਨਡੈਫੀਨਿਟ PR ਵੀ ਹੈਗਾ, ਉਹ ਵੀ ਐਲੀਜੀਬਲ ਨੇ। ਬਖਸ਼ੀ ਜੀ, ਇੱਕ ਮੇਰਾ ਕੁਐਸਚਨ ਸੀ, ਪੱਗ ਤਾਂ ਵੈਸੇ ਤੁਸੀਂ ਵੀ ਅੱਜ ਨੀਲੀ ਬੰਨੀ ਹੈ ਅਤੇ ਮੈਂ ਲਾਲ ਬੰਨੀ ਹੈ, ਅਤੇ ਆਪਣੇ ਇੱਥੇ ਇਹ ਮੁੱਦਾ ਕਾਫੀ ਉਛਲਦਾ ਹੈ, ਅਤੇ ਖਾਸ ਕਰਕੇ ਆਪਣੇ ਪੰਜਾਬੀ ਭਾਈਚਾਰੇ ਵਿੱਚ, ਕਿ ਉਹ ਨੀਲੀ ਪੱਗ ਵਾਲੇ ਹੈ ਅਤੇ ਉਹ ਲਾਲ ਪੱਗ ਵਾਲੇ ਹੈ। ਅਤੇ ਪਰ ਮੈਂ ਭਾਵੇਂ ਮੇਰੀ ਲਾਲ ਪੱਗ ਕਿਸੇ ਪਾਰਟੀ ਦੀ ਨਹੀਂ ਆ, ਮੈਂ ਤਾਂ ਅੱਜ ਵੈਸੇ ਬੰਨੀ ਆ, ਅਤੇ ਤੁਸੀਂ ਇਹਦੇ ਬਾਰੇ ਕੀ ਕਹੋਗੇ? ਦੇਖੋ, ਇਹ ਲਾਇਲਟੀ ਦੀ ਗੱਲ ਹੈਗੀ, ਅਤੇ ਆਮ ਤੌਰ 'ਤੇ ਇਹ ਨਹੀਂ ਹੈ ਕਿ ਮੈਂ ਲਾਲ ਪੱਗ ਨਹੀਂ ਬੰਨਦਾ। ਜਦ ਕਦੀ ਘਰ ਅੰਦਰ ਫੰਕਸ਼ਨਸ ਹੁੰਦੇ ਨੇ, ਕੁਛ ਹੁੰਦੇ ਨੇ, ਮੈਂ ਵੀ ਲਾਲ ਪੱਗ ਬੰਨ ਲੈਂਦਾ ਵਾਂ। ਪਰ ਮੇਰੇ ਫਾਦਰ ਸਾਹਿਬ ਜੋ ਨੇ, ਉਹ ਹਮੇਸ਼ਾ ਕਾਲੀ ਪੱਗ ਬੰਨਦੇ ਸੀਗੇ। ਓਕੇ। ਅਤੇ ਕਿਉਂਕਿ ਅਕਾਲੀ ਸਨ ਅਤੇ ਉਹਨਾਂ ਨੇ ਹਮੇਸ਼ਾ ਕਾਲੀ ਪੱਗ ਬੰਨੀ ਸੀ, ਅਤੇ ਉਹਨਾਂ ਕੋਲੋਂ ਹੀ ਮੈਂ ਸਿੱਖਿਆ ਕਿ ਕਾਲੀ ਪੱਗ ਪਾਉਣੀ ਹੈ। ਪਰ ਟਾਕਾਨੀਨੀ ਗੁਰੂ ਘਰ ਅੰਦਰ ਅਸੀਂ ਵਿਜ਼ਿਟ ਲਈ ਗਏ, ਅਤੇ ਜੌਨ ਕੀ ਸਾਡੇ ਨਾਲ ਸਨ, ਅਤੇ ਉੱਥੇ ਇਹ ਮੁੱਦਾ ਕਿਸੇ ਨੇ ਉਠਾਇਆ ਸੀਗਾ, ਅਤੇ ਉਹਨਾਂ ਨੇ ਕਿਹਾ ਸੀਗਾ ਕਿ ਤੁਹਾਡੇ ਕੈਂਡੀਡੇਟ ਨੇ ਅਤੇ ਇਹ ਤਾਂ ਨੀਲੀ ਪੱਗ ਬੰਨਦੇ ਨਹੀਂ, ਕਾਲੀ ਬੰਨਦੇ ਨੇ। ਅਤੇ ਤਾਂ ਫਿਰ ਮੈਂ ਨੀਲੀ ਪੱਗ ਬੰਨਣੀ ਸ਼ੁਰੂ ਕੀਤੀ, ਅਤੇ ਉਸ ਦਿਨ ਤੋਂ ਬਾਅਦ ਮੇਰੀ 2 ਹੀ ਮੇਨ ਪਗੜੀਆਂ ਹੁੰਦੀਆਂ ਨੇ, ਜਾਂ ਕਾਲੀ ਜਾਂ ਨੀਲੀ। ਓਕੇ। ਅਤੇ ਤਾਂ ਹੀ ਮੈਨੂੰ ਕਿਸੇ ਨੇ ਇਹ ਗੱਲ ਦੱਸੀ ਸੀ ਕਿ ਇੱਥੇ ਪੱਗ ਦੇ ਨਾਂ 'ਤੇ ਵੀ ਸਿਆਸਤ ਹੁੰਦੀ ਹੈ। ਆਮ ਤੌਰ 'ਤੇ ਜੇ ਆਪਾਂ ਗੱਲ ਕਰੀਏ ਤਾਂ ਇਹ ਪੰਜਾਬ ਵਿੱਚ ਕਿਹਾ ਜਾਂਦਾ ਨੀਲੀ ਪੱਗ ਵਾਲੇ, ਚਿੱਟੀ ਵਾਲੇ, ਅਤੇ ਉਹਨੂੰ ਪਾਰਟੀ ਦੇ ਨਾਲ ਜੋੜ ਦਿੱਤਾ ਜਾਂਦਾ ਰੰਗਾਂ ਨੂੰ। ਸੋ ਮੈਂ ਇੱਥੇ ਦੱਸਦਾ ਜਾਵਾਂ ਕਿ ਇਹ ਪੱਗਾਂ ਦੇ ਜਿਹੜੇ ਰੰਗ ਹੈ, ਇਹਨਾਂ ਨੂੰ ਲੈ ਕੇ ਨਿਊਜ਼ੀਲੈਂਡ 'ਚ ਵੀ ਸਿੱਖ ਭਾਈਚਾਰਾ ਜਿਹੜਾ ਇਹ ਆਪਸ ਵਿੱਚ ਜਿਹੜੇ ਵਿਅੰਗ ਆ ਉਹ ਕਰ ਲੈਂਦੇ ਆ, ਭਾਵੇਂ ਕਿ ਕਿਸੇ ਵੀ ਪਾਰਟੀ ਦੇ ਨਾਲ ਕਿਸੇ ਵੀ ਰੰਗ ਦਾ ਕੋਈ ਬਹੁਤਾ ਜਿਹੜੀ ਨੇੜਤਾ ਉਹ ਨਹੀਂ ਹੈ, ਪਰ ਸਾਡਾ ਭਾਈਚਾਰਾ ਜਿਹੜਾ ਹਾਸੀ ਮਖੌਲ ਇੱਥੇ ਕਰ ਲੈਂਦਾ। ਸੋ ਬਖਸ਼ੀ ਜੀ, ਤੁਸੀਂ ਸਾਨੂੰ ਸਮਾਂ ਦਿੱਤਾ, ਬਹੁਤ ਬਹੁਤ ਸ਼ੁਕਰੀਆ, ਅਤੇ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਟਾਈਮ ਵਿੱਚ ਤੁਸੀਂ ਜ਼ਰੂਰ ਜਿੱਤ ਹਾਸਲ ਕਰੋਗੇ, ਸਾਡਾ ਭਾਈਚਾਰੇ ਦਾ ਨਾਂ ਰੌਸ਼ਨ ਕਰੋਗੇ, ਪਾਰਲੀਮੈਂਟ 'ਚ ਜਾਓਗੇ। ਬਹੁਤ ਬਹੁਤ ਧੰਨਵਾਦ। ਔਰ ਅਜੀਤ ਦੇ ਸਾਰੇ ਸਰੋਤਿਆਂ ਨੂੰ ਵੀ ਮੇਰੀ ਦਿਲੋਂ ਮੈਂ ਸ਼ੁਕਰੀਆ ਅਦਾ ਕਰਨਾ ਚਾਹਾਂਗਾ, ਔਰ ਖ਼ਾਸ ਤੌਰ 'ਤੇ ਮੈਨੇਜਮੈਂਟ ਦਾ ਵੀ, ਕਿ ਜੋ ਮੈਨੂੰ ਲਗਾਤਾਰ ਆਪਣੇ ਚੈਨਲ ਦੇ ਉੱਤੇ ਮੌਕਾ ਦਿੰਦੇ ਨੇ। ਔਰ ਮੈਂ ਬਰਜਿੰਦਰ ਸਿੰਘ ਜੀ ਨੂੰ ਵੀ ਧੰਨਵਾਦ ਕਰਨਾ ਚਾਹਾਂਗਾ ਕਿ ਉਹਨਾਂ ਨੇ ਇੰਨੇ ਸਾਲਾਂ ਤੋਂ ਜੋ ਜਰਨਲਿਜ਼ਮ ਦੀ ਇੱਕ ਆਪਣੀ ਛਾਪ ਜਿਹੜੀ ਹੈ ਪੰਜਾਬੀ ਭਾਈਚਾਰੇ 'ਤੇ ਔਰ ਪੂਰੇ ਹਿੰਦੁਸਤਾਨ ਦੇ ਉੱਤੇ ਛੱਡੀ ਹੋਈ ਹੈ। ਮੈਂ ਉਹਨਾਂ ਨੂੰ ਵੀ ਆਪਣੇ ਵੱਲੋਂ ਧੰਨਵਾਦ ਕਰਨਾ ਚਾਹਾਂਗਾ ਕਿ ਉਹ ਮੌਕਾ ਦਿੰਦੇ ਨੇ ਮੈਨੂੰ।
ਬਿਲਕੁਲ। ਸੋ ਸ਼ੁਕਰੀਆ ਬਖਸ਼ੀ ਜੀ ਤੁਹਾਡਾ। ਅਤੇ ਸੋ ਮੈਂ ਦਰਸ਼ਕੋ ਇਸ ਟਾਈਮ ਮੈਨੂੰ ਹਰਮਨਪ੍ਰੀਤ ਨੂੰ ਤੁਸੀਂ ਵੀ ਦਿਓ ਇਜਾਜ਼ਤ। ਮੈਂ ਫਿਰ ਹਾਜ਼ਰ ਹੋਵਾਂਗਾ ਕਿਸੇ ਨਵੀਂ ਸ਼ਖਸੀਅਤ ਦੇ ਨਾਲ, ਕਿਉਂਕਿ ਨਿਊਜ਼ੀਲੈਂਡ ਦੇ ਵਿੱਚ ਇਲੈਕਸ਼ਨਾਂ ਦੇ ਦੌਰ ਵਿੱਚ ਬਹੁਤ ਸਾਰੇ ਆਪਣੇ ਭਾਰਤੀ ਔਰ ਪੰਜਾਬੀ ਭਾਈਚਾਰੇ ਦੇ ਜਿਹੜੇ ਕੈਂਡੀਡੇਟ ਆ ਵੱਖ-ਵੱਖ ਪਾਰਟੀਆਂ ਵੱਲੋਂ ਚੋਣ ਮੈਦਾਨ ਵਿੱਚ ਨੇ, ਅਤੇ ਉਹਨਾਂ ਨਾਲ ਆਉਣ ਵਾਲੇ ਦਿਨਾਂ ਵਿੱਚ ਫਿਰ ਕਿਸੇ ਨਵੀਂ ਸ਼ਖਸੀਅਤ ਨਾਲ ਗੱਲਬਾਤ ਕਰਾਂਗੇ। ਅਤੇ ਇਸ ਟਾਈਮ ਮੈਨੂੰ ਹਰਮਨਪ੍ਰੀਤ ਨੂੰ ਤੁਸੀਂ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਅਜੀਤ ਵੈਬ TV। ਧੰਨਵਾਦ। ਸਤਿ ਸ਼੍ਰੀ ਅਕਾਲ।